एक सवाल जिहड़ा वड्डा इस वेले उठ रहा है कि अरविंद केजरीवाल होरी इस सारे मुद्दे दे उत्ते चुप ने, वो किसानां वाले इशू दे उत्ते कोई गल जिहड़ी वो नहीं कर रहे। ये वड्डा सवाल उठ रहा है, की कारण है? हालांकि बहुमत च नहीं हैगी सरकार राज सभा च, उत्थे भी संजय सिंह होरां ने जबरदस्त विरोध किया, उन्होंने चक के सारे विरोधी पार्टियां दे एमपीआं नूं मार्शलां ने जिहड़ा चक के बाहर मारिया ते जो इसके पक्ष में हाँ कहें, जो इसके पक्ष में ना कहें, हाँ वालों की जीत हुई, हाँ वालों की जीत हुई, बस ऐदा पास कर दिया। नहर की खुदाई करने की उद्घाटन जो कैप्टन अमरिंदर ने कराया, तो बाहर आके दोनों ही पानियों के रखवाले कुर्बानियां दे देंगे। बिल्कुल इस तरह अंदरों तो साइन करे कि किसानों के हक च कि ये बिलों के हक च, अंदर इधर आके कहते ना जी तो बहुत विरोधी ने, असीं किसान हाँ। हुण हरेक ही किसान बने फिर कैप्टन भी दसदा कणक किड्डी किड्डी हुंदी सी है जी, तो वो कलाकार भी दसदे ने, कहंदे पता नहीं मक्की के दाने चक के कहंदा ये बाजरा है। तुसीं गलत कीता, तुसीं देश नाल धोखा कर रहे हो, तुसीं स्वामीनाथन दी रिपोर्टां दा वादा करके तुसीं शांता कुमार दी रिपोर्टां लागू करी जांदे हो। 10 साल तो प्रधानमंत्री मनमोहन सिंह भी रहा, कदे ਉਹਦੇ ਵਰਤ ਇਦਾਂ ਦੀ ਕੋਈ ਤਾਨਾਸ਼ਾਹੀ ਜਾਂ ਕੋਈ ਇਦਾਂ ਦੇ ਕੋਈ ਫੈਸਲੇ ਸੁਣੇ ਨਹੀਂ ਸੀ, ਠੀਕ ਹੈ ਨਾ। ਇਹ ਤਾਂ ਬਸ ਜੋ ਕਹਿਤਾ ਕਹਿੰਦੇ ਕਾਨੂੰਨ ਹੈ, ਬਸ ਜੋ ਉਹਨੂੰ ਸੁਪਨਾ ਵੀ ਆ ਗਿਆ ਕਹਿੰਦੇ ਕਾਨੂੰਨ ਹੈ। ਬਸ ਇਹ ਇੰਨੇ ਮਹਾਮਾਰੀ ਦੇ ਬਾਵਜੂਦ ਵੀ ਕਿਸਾਨਾਂ ਨੇ ਭਾਰਤ ਨੂੰ ਭੁੱਖਾ ਨਹੀਂ ਮਰਨ ਦਿੱਤਾ। ਉਹੀ ਉਸੇ ਤੇ ਆਖਿਆ ਬਸ ਕਿ ਪੋਜ਼ਿਟਿਵ ਹੈ, ਇਹ ਖੇਤੀ ਸੈਕਟਰ ਨੂੰ ਵੇਚੋ। ਅਸਲ 'ਚ ਜਿਹੜੀ ਖੇਤੀ ਹੈ ਉਹ ਅੱਜ ਦੀ ਡੇਟ 'ਚ ਸਾਰੇ ਪੰਜਾਬ ਲਈ ਘਾਟੇ ਦਾ ਸੌਦਾ ਹੈ। 5 ਕਿੱਲਿਆਂ ਤੋਂ ਥੱਲੇ ਵਾਲੇ ਲਈ ਤਾਂ ਅੱਜ ਦੀ ਡੇਟ 'ਚ ਟਿਊਬਵੈੱਲ ਲਾਉਣਾ ਵੀ ਟੇਢੀ ਖੀਰ ਹੈ ਜੀ। ਕਹਿੰਦੇ ਜੀ ਵਿਚੋਲੀਏ ਖਤਮ ਕਰਤੇ, ਫਰਜ਼ ਕਰ ਲਓ ਕੋਈ ਭੋਪਾਲ ਪਹੁੰਚ ਗਿਆ, ਕੋਈ ਆਪਦੀ ਫਸਲ ਵੇਚਣ ਲਈ ਭੁਵਨੇਸ਼ਵਰ ਜਾਂ ਬੈਂਗਲੌਰ ਪਹੁੰਚ ਗਿਆ, ਤਾਂ ਉੱਥੇ ਵਿਚੋਲੀਏ ਨਹੀਂ ਹੋਣਗੇ, ਜਾਣ ਸਾਰੀ ਵਿਕ ਜੂਗੀ ਉਹਦੀ ਫਸਲ, ਠੀਕ ਹੈ ਜੀ। ਕਿੰਨੀਆਂ ਸਟੇਟਾਂ ਵਿੱਚ ਦੀ ਹੁੰਦਾ ਹੋਇਆ ਜਾਊਗਾ। ਟਰੱਕਾਂ ਵਾਲਿਆਂ ਨੂੰ ਪੁੱਛ ਲਓ, ਟੈਕਸੀ ਵਾਲਿਆਂ ਨੂੰ ਪੁੱਛ ਲਓ, ਹਰ 40 ਕਿਲੋਮੀਟਰ ਬਾਅਦ ਇੱਕ ਥੱਪੜ ਹੈ ਤੇ 500 ਦਾ ਨੋਟ ਹੈ। 2-2.5 ਮਹੀਨੇ ਪਹਿਲਾਂ ਦੁੱਖ ਸੁੱਖ ਚਾੜਤੀ ਤੋਂ ਪੈਸੇ ਲੈ ਲੈਂਦਾ ਰਾਤ ਨੂੰ, ਅੱਧੀ ਰਾਤ ਨੂੰ ਕਿਸਾਨ। ਉਹ ਕਿਸਾਨ ਜਿਹੜਾ ਆੜ੍ਹਤੀ ਉਹ ਦੇ ਦਿੰਦਾ ਕਿ ਮੇਰੇ ਕੋਲ 2.5 ਮਹੀਨੇ ਬਾਅਦ ਇਹਦੀ ਫਸਲ ਆਊਗੀ, ਵਿਸ਼ਵਾਸ ਬਣਿਆ। ਤੇ ਅਸੀਂ ਹੁਣ ਜਾ ਕੇ ਉਹਨਾਂ ਤੋਂ ਪੂੰਜੀਪਤੀਆਂ ਤੋਂ 2.5 ਮਹੀਨੇ ਪਹਿਲਾਂ ਉਹਨਾਂ ਦਾ ਕੁੰਡਾ ਖੜਕਾਵਾਂਗੇ ਕਿ ਸਾਨੂੰ ਪੈਸੇ ਦਿਓ ਜੀ, ਕੁੜੀ ਦਾ ਵਿਆਹ ਹੈ। ਮੈਂ ਹੁਣ ਫੇਰ ਅੱਜ ਤੁਹਾਡੇ ਤੇ ਮੈਂ ਕਹਿਣਾ ਕਿ ਗ੍ਰਾਮ ਸਭਾ ਦੀ ਤਾਕਤ ਬਹੁਤ ਵੱਡੀ ਹੈ, ਜਿਹੜੀ ਕਿ ਲੁਕੋ ਕੇ ਰੱਖੀ ਗਈ ਆਪਣਾ ਤੋਂ। ਤੁਸੀਂ 60 ਦਿਨ ਜਿਹੜੀ ਮਰਜ਼ੀ ਪਾਰਟੀ ਨਾਲ ਰਹਿ ਲਓ, ਸਰਪੰਚ ਦਾ ਹੱਕ ਹੈ, ਉਹਨੂੰ ਵੀ ਡੈਮੋਕ੍ਰੈਟਿਕ ਰਾਈਟ, ਪਰ ਘੱਟੋ ਘੱਟ 300 ਦਿਨ ਤਾਂ ਪਿੰਡ ਦੇ ਹੱਕ 'ਚ ਰਹੋ ਨਾ। ਸੋ ਇਹ ਲੋਕਾਂ ਕੋਲੇ ਬਹੁਤ ਵੱਡੀ ਸ਼ਕਤੀ ਹੈ, ਜੜ ਹੈ ਜੀ ਡੈਮੋਕ੍ਰੇਸੀ ਦੀ ਗ੍ਰਾਮ ਸਭਾ। ਜੇ ਜੜ ਹੀ ਨਹੀਂ ਚਾਹੁੰਦੀ ਕਿ ਮੈਂ ਆਹ ਫਲ ਲੱਗਣ ਦੇਣਾ, ਫਿਰ ਕਿਵੇਂ ਆਪਣੀ ਮਨਮਰਜ਼ੀ ਦੇ ਫਲ ਫਰੂਟ ਲਾ ਲੈਣਗੇ। ਬੀਜੇਪੀ ਦੇ ਵੀ ਹੁਣ ਬਹੁਤ ਸਾਰੇ ਉਹ ਕਿਸਾਨਾਂ ਦੇ ਨਾਲ ਰਿਲੇਟਡ ਨੇ, ਪਾਰਲੀਮੈਂਟ ਤੋਂ ਬਿਨਾਂ ਉਹ ਕਿਤੇ ਦਬਵੀਂ ਆਵਾਜ਼ ਦੇ ਵਿੱਚ ਜਾਂ ਕੰਨ ਦੇ ਵਿੱਚ ਕਿਤੇ ਕਹਿੰਦੇ ਆ ਕਿ ਗਲਤ ਹੋ ਗਿਆ। ਬਿਲਕੁਲ ਕਹਿੰਦੇ, ਉਹ ਤਾਂ ਕਹਿੰਦੇ ਭਾਈ ਸਾਹਿਬ ਵਿਰੋਧ ਕਰੋ, हमारी तो चलती नहीं, हमें तो बोलने नहीं देते किसी मीटिंग में, हमारे तो ये कहा जाता है इस बिल को बस अपने समर्थन करना है। ਪੰਜਾਬ ਦੇ ਪ੍ਰੋਗਰਾਮ ਬਿਯੋਂਡ ਦੀ ਲਾਈਨ ਦੇ ਵਿੱਚ ਇੱਕ ਵਾਰੀ ਫੇਰ ਸਮੂਹ ਦਰਸ਼ਕਾਂ ਦਾ ਸਵਾਗਤ ਹੈ। ਔਰ ਸਭ ਤੋਂ ਪਹਿਲਾਂ ਬਲਤੇਜ ਪੰਨੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਿਸੇ ਨਾ ਕਿਸੇ ਸ਼ਖਸੀਅਤ ਦੇ ਨਾਲ ਗੱਲਬਾਤ ਕਰਦੇ ਹਾਂ। ਕੁਝ ਉਹ ਗੱਲਾਂ ਬਾਤਾਂ ਜਿਹੜੀਆਂ ਅਕਸਰ ਕਿਸੇ ਇੰਟਰਵਿਊ ਦੇ ਵਿੱਚ ਜਿਹੜੀਆਂ ਉਹ ਅਣਗੌਲੀਆਂ ਰਹਿ ਜਾਂਦੀਆਂ ਨੇ, ਤਾਂ ਕਿ ਉਹ ਬਿਯੋਂਡ ਦੀ ਲਾਈਨ ਜਾ ਕੇ ਕੁਝ ਗੱਲਾਂ ਜਿਹੜੀਆਂ ਉਹ ਕੀਤੀਆਂ ਜਾ ਸਕਣ। ਇਸ ਵੇਲੇ ਜਿਹੜੀ ਗੱਲ ਸਭ ਤੋਂ ਜ਼ਿਆਦਾ ਜਿਹੜਾ ਜ਼ਿਕਰ ਹੋ ਰਿਹਾ ਉਹ ਕਿਸਾਨ ਸੰਘਰਸ਼ ਔਰ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੋ ਰਿਹਾ। ਇਹਦੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਨੇ ਜਿਹੜੀਆਂ ਆਪੋ ਆਪਣੇ ਤਰੀਕੇ ਦੇ ਨਾਲ ਯੋਗਦਾਨ ਪਾਉਣ ਦੇ ਯਤਨਾਂ ਦੇ ਵਿੱਚ ਨੇ, ਕਿਉਂਕਿ ਜਿਹੜਾ ਵੀ ਪੰਜਾਬ ਦੇ ਵਿੱਚ ਸਿਆਸਤ ਕਰ ਰਿਹਾ ਉਹ ਕਿਸਾਨਾਂ ਤੋਂ ਪਾਸੇ ਹੋ ਕੇ ਚੱਲ ਹੀ ਨਹੀਂ ਸਕਦਾ। ਇਹਦੀ ਇੱਕ ਜਿਹੜੀ ਤੁਸੀਂ ਕਹਿ ਲਓ ਕਿ ਮਿਸਾਲ ਜਾਂ ਇੱਕ ਟ੍ਰੇਲਰ ਜਿਹੜਾ ਉਹ ਅਕਾਲੀ ਦਲ ਬਾਦਲ ਨੇ ਵੇਖਿਆ ਵਿਰੋਧ ਕਰਕੇ, ਫਿਰ ਉਹਨੂੰ ਕਿਵੇਂ ਯੂ ਟਰਨ ਮਾਰ ਕੇ ਜਿਹੜਾ ਉਹ ਵਾਪਸ ਆਉਣਾ ਪਿਆ। ਇਹਨਾਂ ਦਿਨਾਂ ਦੇ ਵਿੱਚ ਇੱਕ ਜਿਹੜਾ ਚਰਚਾ ਜਿਹੜਾ ਹੈ ਤਾਂ ਬਹੁਤ ਦੇਰ ਦਾ ਪਹਿਲਾਂ, ਪਰ ਉਹ ਅਣਗੌਲਿਆ ਸੀਗਾ ਗ੍ਰਾਮ ਸਭਾਵਾਂ ਦਾ। ਔਰ ਗ੍ਰਾਮ ਸਭਾ ਵਾਲੇ ਮਾਮਲੇ ਦੇ ਉੱਤੇ ਇਸ ਵੇਲੇ ਪਿੰਡੋ ਪਿੰਡੀ ਪੰਚਾਇਤਾਂ ਦੇ ਵਿੱਚ ਜੇ ਕੋਈ ਕੰਮ ਕਰ ਰਿਹਾ ਤਾਂ ਉਹ ਭਗਵੰਤ ਮਾਨ ਹੋਰੀ ਕਰ ਰਹੇ ਨੇ, ਜਿਹੜੇ ਕਿ ਮੈਂਬਰ ਪਾਰਲੀਮੈਂਟ ਨੇ ਸੰਗਰੂਰ ਤੋਂ। ਪੰਜਾਬ ਦੇ ਉਹ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ। ਗ੍ਰਾਮ ਸਭਾ ਦੇ ਬਾਰੇ ਦੇ ਵਿੱਚ ਕਿਉਂਕਿ ਪਾਰਲੀਮੈਂਟ ਦੇ ਵਿੱਚ ਇਹ ਸਾਰਾ ਕੁਝ ਹੋ ਕੇ ਹਟਿਆ, ਉੱਥੇ ਬਿੱਲ ਆਏ, ਆਰਡੀਨੈਂਸ ਆਏ, ਕਦੋਂ ਤੋਂ ਇਹ ਚੱਲ ਰਿਹਾ
ਇੱਕ ਚੈਲੰਜ ਉਹ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਜੀ ਉਹ ਕਰ ਰਹੇ ਨੇ, ਕਿਉਂਕਿ ਜਿਹੜੇ ਅੱਜ ਕਿਸਾਨ ਬੈਠੇ ਨੇ ਇੱਥੇ ਕਾਰਪੋਰੇਟ ਘਰਾਣਿਆਂ ਦੇ ਅਗੇਂਸਟ, ਉਹਨਾਂ ਦੇ ਅਗੇਂਸਟ ਜਿਹੜੀਆਂ ਸਿਆਸੀ ਪਾਰਟੀਆਂ ਦੇ ਆਗੂ ਬੋਲ ਰਹੇ ਨੇ, ਉਹਨਾਂ ਦਾ ਇਹਦੇ ਵਿੱਚ ਕੀ ਯੋਗਦਾਨ ਹੈ, ਇਹ ਵੀ ਬੜਾ ਕੁਝ ਜਿਹੜਾ ਉਹ ਸਾਹਮਣੇ ਆ ਰਿਹਾ ਔਰ ਬਿਲਕੁਲ ਕ੍ਰਿਸਟਲ ਕਲੀਅਰ ਹੋ ਕੇ ਜਿਹੜਾ ਚੱਲ ਰਿਹਾ। ਸ਼ਾਇਦ ਪਹਿਲੀ ਵਾਰੀ ਲੋਕਾਂ ਨੂੰ ਜਿਹੜਾ ਉਹ ਪਤਾ ਲੱਗ ਰਿਹਾ ਕਿ ਕਿਸ ਤਰੀਕੇ ਦੇ ਨਾਲ ਵਿਰੋਧ ਕਿਵੇਂ ਕੀਤਾ ਜਾ ਰਿਹਾ ਤੇ ਉਹਨਾਂ ਦਾ ਪਾਰਟ ਜਿਹੜਾ ਜੀ ਉਹ ਕਿਵੇਂ ਨੇ। ਇਹਦੇ ਬਾਰੇ ਦੇ ਵਿੱਚ ਹੀ ਖੁੱਲੀਆਂ ਗੱਲਾਂ ਬਾਤਾਂ ਜਿਹੜੀਆਂ ਜੀ ਉਹ ਭਗਵੰਤ ਮਾਨ ਹੋਰਾਂ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ 'ਚ ਕਰਾਂਗੇ। ਮਾਨ ਸਾਹਿਬ ਜੀ ਆਇਆਂ ਨੂੰ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਵੀ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਆਪਾਂ ਇੱਥੋਂ ਹੀ ਜਿਹੜਾ ਦੀ ਸ਼ੁਰੂ ਕਰਨਾ ਚਾਹੁੰਦੇ, ਜਿਹੜੇ ਆਰਡੀਨੈਂਸਾਂ ਤੋਂ ਜਦੋਂ ਗੱਲ ਜਿਹੜੀ ਆ ਉਹ ਚੱਲਦੀ ਹੈ। ਕਾਫੀ ਮਹੀਨੇ ਹੋ ਗਏ, ਉਦੋਂ ਪਹਿਲਾਂ ਮੇਰੀ ਇੱਕ ਵਾਰੀ ਬਲਬੀਰ ਸਿੰਘ ਰਾਜੇਵਾਲ ਹੋਰਾਂ ਦੇ ਨਾਲ ਗੱਲਬਾਤ ਹੋਈ ਸੀ, ਜਿਨ੍ਹਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਕੁਝ ਜਿਹੜੀਆਂ ਚਿੱਠੀਆਂ ਨੇ, ਜਿਹੜੇ 13 ਮੈਂਬਰ ਪਾਰਲੀਮੈਂਟ ਨੇ ਪੰਜਾਬ ਦੇ, ਉਹਨਾਂ ਨੂੰ ਭੇਜੀਆਂ, ਤੇ ਜੇ ਕਿਸੇ ਦਾ ਜਵਾਬ ਆਇਆ ਸੀ ਉਹਦੇ ਉੱਤੇ, ਇਹ ਉਹਨਾਂ ਬਲਬੀਰ ਸਿੰਘ ਰਾਜੇਵਾਲ ਹੋਰਾਂ ਦਾ ਜਿਹੜਾ ਜੀ ਉਹ ਕਹਿਣਾ ਸੀਗਾ, ਜੇ ਕਿਸੇ ਨੇ ਪੜ੍ਹਿਆ ਜਾਂ ਵਾਪਸ ਜਿਹੜਾ ਜੀ ਕੀਤਾ ਉਹਦੇ ਉੱਤੇ, ਤੇ ਉਹ ਭਗਵੰਤ ਮਾਨ ਹੋਰੀ ਸਨ। ਉਹ ਜਿਹੜੀ ਚਿੱਠੀ ਅੱਜ ਤੋਂ ਕਈ ਮਹੀਨੇ ਪਹਿਲਾਂ ਸੀ, ਉਹ ਬਾਕੀ ਜਿਹੜੇ ਮੈਂਬਰ ਪਾਰਲੀਮੈਂਟ ਸੀ ਕਿ ਉਹਨਾਂ ਨੇ ਦੱਬ ਲਈ, ਕਿਉਂਕਿ ਜੇ ਉਦੋਂ ਜੋ ਕੁਝ ਅੱਜ ਚੱਲ ਰਿਹਾ ਇਹ ਕੀਤਾ ਜਾਂਦਾ ਤੇ ਸ਼ਾਇਦ ਅੱਜ ਹਾਲਾਤ ਹੋਰ ਹੁੰਦੇ। ਉਹ ਤਾਂ ਜੀ ਜਿਹੜੀ ਪਿਛਲੀ ਟਨਿਓਰ ਸੀਗੀ 14 ਤੋਂ 19 ਵਾਲੀ, ਉਹਦੇ ਵਿੱਚ ਉਹਨਾਂ ਨੇ ਰਾਜੇਵਾਲ ਸਾਹਿਬ ਆਏ ਸੀਗੇ, ਉਹਨਾਂ ਦੀ ਯੂਨੀਅਨ ਦੇ ਮੈਂਬਰ ਆਏ ਸੀਗੇ ਮੇਰੇ ਕੋਲੇ ਦਿੱਲੀ, ਕਿਸਾਨ ਆਪਣਾ ਪੰਜਾਬ ਭਵਨ ਦੇ ਵਿੱਚ ਮੁਲਾਕਾਤ ਹੋਈ ਸੀ। ਉਹਨਾਂ ਨੇ ਮੈਨੂੰ ਉਹ ਬਕਾਇਦਾ ਡਿਟੇਲ ਦੇ ਵਿੱਚ ਚਿੱਠੀ ਦਿੱਤੀ ਸੀ। ਲਗਭਗ ਇਹੀ ਸੀਗੇ ਜਿਹੜੇ ਅੱਜ ਬਿੱਲ ਬਣ ਕੇ ਆ ਗਏ। ਤੇ ਮੈਂ ਉਹ ਚਿੱਠੀ ਪੜ੍ਹ ਕੇ ਮੈਂ ਉਹਨਾਂ ਨੂੰ ਕਿਹਾ ਕਿ ਬਿਲਕੁਲ ਮੈਂ ਸਹਿਮਤ ਹਾਂ। ਕਹਿੰਦੇ ਜੀ ਪੜ੍ਹ ਕੇ ਸਾਨੂੰ ਜਵਾਬ ਦਿਓ ਇਹਦਾ ਕਿ ਤੁਸੀਂ ਇਹਦੇ ਨਾਲ ਸਹਿਮਤ ਹੋ। ਮੈਂ ਉਦੋਂ ਸਹਿਮਤੀ ਪ੍ਰਗਟਾਈ ਸੀ ਕਿ ਬਿਲਕੁਲ ਇਸ ਤਰ੍ਹਾਂ ਦਾ ਜੇ ਕੋਈ ਫਿਊਚਰ ਦੇ ਵਿੱਚ ਇਹ ਕਰਦੇ ਨੇ, ਇਸ ਤਰ੍ਹਾਂ ਦੇ ਮਨਸੂਬੇ ਲਾਗੂ ਕਰਨ ਦੀ ਕੋਸ਼ਿਸ਼ ਕਰਨਗੇ, ਤਾਂ ਅਸੀਂ ਹਰ ਹਾਲ ਦੇ ਵਿੱਚ ਉਹਦਾ ਵਿਰੋਧ ਕਰਾਂਗੇ। ਤੇ ਉਸ ਤੋਂ ਬਾਅਦ ਜੇ ਹੁਣ ਇਸ ਜਿਹੜੇ ਹੁਣ ਰੌਲਾ ਪਿਆ, ਜਿਹੜਾ ਇਹ ਬਿੱਲ ਦੇ ਰੂਪ 'ਚ ਆ ਕੇ ਹੁਣ ਤਾਂ ਕਾਨੂੰਨ ਬਣ ਗਿਆ। ਇਹ ਕਾਨੂੰਨ ਇੱਕ ਦਿਨ 'ਚ ਨਹੀਂ ਬਣਿਆ, ਬਹੁਤ ਪਹਿਲਾਂ ਤੋਂ ਇਹਦਾ ਖਰੜਾ ਤਿਆਰ ਹੁੰਦਾ ਰਿਹਾ। ਤੇ ਮੈਂ ਸਵਾਲ ਵੀ ਚੁੱਕੇ ਨੇ ਕਿ ਅਕਾਲੀ ਬੀਜੇਪੀ ਦੀ ਸਰਕਾਰ ਪੰਜਾਬ ਦੇ ਵਿੱਚ ਸੀ ਜਦੋਂ, ਉਦੋਂ ਵੀ ਪੂੰਜੀਪਤੀਆਂ ਦੇ ਜਿਹੜੇ ਸਾਈਲੋਜ਼ ਨੇ, ਉਹਨਾਂ ਦੀਆਂ ਪਰਮਿਸ਼ਨਾਂ ਜ਼ਮੀਨ ਦੀਆਂ, ਉਹਨਾਂ ਦੀ ਸਟੈਂਪ ਡਿਊਟੀ ਮਾਫ, ਉਹਨਾਂ ਦੇ ਉਦਘਾਟਨ ਆਪ ਕਰਨ ਗਏ ਨੇ, ਜਿਹੜੇ ਅੱਜ ਕਹਿੰਦੇ ਨੇ ਕਿ ਅਸੀਂ ਤਾਂ ਬਸ ਸਾਨੂੰ ਤਾਂ ਕਿਸਾਨ ਹੀ ਪਿਆਰਾ, ਹੋਰ ਤਾਂ ਕੁਝ ਪਿਆਰਾ ਨਹੀਂ। ਤੇ ਜਦੋਂ ਪ੍ਰੋਗਰੈਸਿਵ ਪੰਜਾਬ ਨਾਂ ਦਾ ਇੱਕ ਕੀਤਾ ਸੀ ਇਹਨਾਂ ਨੇ ਪ੍ਰੋਗਰਾਮ ਕਿ ਜੀ ਬਹੁਤ ਵੱਡੇ ਵੱਡੇ ਪੂੰਜੀਪਤੀਆਂ ਨੂੰ ਬੁਲਾਇਆ ਜਾਊਗਾ, ਮੁਹਾਲੀ ਬੁਲਾਏ ਸੀਗੇ ਤੇ ਉਹਨਾਂ ਨਾਲ ਮੀਟਿੰਗਾਂ ਹੋਈਆਂ ਸੀ, ਬੜੇ ਖਰਚੇ ਪੰਜਾਬ ਗੌਰਮੈਂਟ ਦੇ ਹੋਏ, ਉਹਨਾਂ ਨੂੰ ਦੇ ਰਹਿਣ ਸਹਿਣ ਤੇ ਸਾਰੇ ਬੜਾ ਪ੍ਰਚਾਰ ਹੈਗਾ ਜੀ, ਇੰਨੇ 1000 ਕਰੋੜ ਦਾ ਨਿਵੇਸ਼ ਪੰਜਾਬ ਨੂੰ ਆਊਗਾ, MOU ਸਾਈਨ ਹੋ ਗਏ, 2.5 ਲੱਖ ਕਰੋੜ। ਉਹਦਾ ਇੱਕ ਵੀ ਰੁਪਈਏ ਦਾ ਕੋਈ ਇੱਥੇ ਪੰਜਾਬ ਦੇ ਵਿੱਚ ਉਹਨਾਂ ਨੇ ਇਨਵੈਸਟ ਨਹੀਂ ਕੀਤਾ, ਕਿਉਂਕਿ ਉਹ ਤਾਂ ਸਭ ਤੋਂ ਪਹਿਲਾਂ ਆਪਣਾ ਫਾਇਦਾ ਦੇਖਦੇ ਨੇ, ਸਾਨੂੰ ਫਾਇਦਾ ਦੱਸੋ ਜੀ ਕੀ ਇਹ 'ਚ, ਠੀਕ ਹੈ ਨਾ। ਕੋਈ ਉਹਨਾਂ ਦੀ ਇਨਵੈਸਟਮੈਂਟ ਨਹੀਂ ਹੋਈ। ਇੰਨਾ ਕੁ ਫਾਇਦਾ ਹੋ ਗਿਆ ਉਸ ਵੇਲੇ ਦੀ ਜਿਹੜੀ ਸਰਕਾਰ ਸੀਗੀ, ਉਹਨਾਂ ਦੇ ਪਰਿਵਾਰ ਨੂੰ, ਬਾਦਲ ਪਰਿਵਾਰ ਨੂੰ ਕਹੂੰਗਾ ਮੈਂ, ਕਿ ਜਿਹੜੀਆਂ ਖਜੂਰਾਂ ਮੰਗਾਈਆਂ ਸੀਗੀਆਂ ਦੁਬਈ ਵਗੈਰਾ ਤੋਂ, ਉਸ ਪ੍ਰੋਗਰਾਮ ਨੂੰ ਦੇ ਜਿਹੜੇ ਗੇਟ ਸੀਗੇ ਉੱਥੇ ਆਲੇ ਦੁਆਲੇ ਖਜੂਰਾਂ ਲੱਗੀਆਂ ਹੋਈਆਂ ਸੀ, ਲੱਗੇ ਵੀ ਇੱਕ ਹੋਰ ਤਰ੍ਹਾਂ ਦੇ ਪੰਜਾਬ 'ਚ ਆ ਗਏ ਅਸੀਂ। ਤੇ ਦੁਬਈ ਦਾ ਝਲਕ ਜਿਹੜੀ ਦਿੱਤੀ ਗਈ ਸੀ, ਉਹ ਖਜੂਰਾਂ ਹੁਣ ਬਾਦਲ ਪਿੰਡ 'ਚ ਇਹਨਾਂ ਦੇ ਘਰ ਦੇ ਮੂਹਰੇ ਲੱਗ ਗਈਆਂ, ਹੋਰ ਦਾ ਕੋਈ ਫਾਇਦਾ ਨਹੀਂ ਹੋਇਆ ਪੰਜਾਬ ਨੂੰ। ਤੇ ਜਿਹੜਾ ਕੈਪਟਨ ਸਾਹਿਬ ਨੇ ਕੀਤਾ ਸੀਗਾ, ਉਹਦੀਆਂ ਖਜੂਰਾਂ ਜਿਹੜੀਆਂ ਨੇ ਉਹ ਇਹਨਾਂ ਦੇ ਫਾਰਮ ਹਾਊਸ ਮੂਹਰੇ ਸਿਸਮਾਂ ਪਹੁੰਚ ਗਈਆਂ। ਔਰ ਉਹ ਖਜੂਰਾਂ ਕਦੋਂ ਲੱਗੀਆਂ ਨੇ, ਉਹ ਖਜੂਰਾਂ ਤੋਂ ਉਹਨਾਂ ਦਾ ਟੇਸਟ ਕੀ ਸੀ, ਉਹਨਾਂ ਖਜੂਰਾਂ ਜੋ ਪੰਜਾਬ ਦੇ ਲੋਕਾਂ ਨੂੰ ਕੋਈ ਖਾਣ ਨੂੰ ਕੋਈ ਹਿੱਸਾ ਮਿਲਿਆ ਜਾਂ ਨਹੀਂ, ਨੋ। ਉਹ ਤਾਂ ਮਤਲਬ ਤੁਸੀਂ ਜਿਹੜੀਆਂ ਚਾਹੇ ਉਹ ਜਦੋਂ ਕਾਮੇਡੀ ਦੇ ਵਿੱਚ ਸੀ, ਉਹਨੂੰ ਕਾਮੇਡੀ ਕਿਹਾ ਜਾਂਦਾ ਸੀ, ਐਕਚੁਅਲੀ ਉਹ ਸਟਾਇਰ ਸੀਗੇ ਸਾਰੇ ਜਿਹੜੇ, ਉਹਦੇ ਵਿੱਚ ਇਹੀ ਸਮੱਸਿਆਵਾਂ ਜਿਹੜੀਆਂ ਉਹ ਚੱਲਦੀਆਂ ਸੀ। ਅਸੀਂ ਛੋਟੇ ਹੁੰਦਿਆਂ ਕਿਸਾਨੀ ਪਰਿਵਾਰ ਦੇ ਵਿੱਚੋਂ ਆ, ਫਾਦਰ ਸਾਹਿਬ ਦੇ ਨਾਲ ਕੰਮ ਕਰਾਉਂਦੇ ਵੱਡੇ, ਇਹੀ ਮੁਸ਼ਕਲਾਂ ਉਦੋਂ ਜਿਹੜੀਆਂ ਉਹ ਸੁਣੀ ਦੀਆਂ ਸੀਗੀਆਂ। ਜਿਹੜੀ ਪ੍ਰੋਗਰੈਸਿਵ ਪੰਜਾਬ ਦੀ ਤੁਸੀਂ ਗੱਲ ਕੀਤੀ, ਜਿੰਨੇ ਵੀ ਇੱਥੇ ਸੱਤਾ ਦੇ ਉੱਤੇ ਕਾਬਜ਼ ਰਹੇ ਪਿਛਲੇ ਸਮੇਂ ਦੇ ਦੌਰਾਨ, ਕਿ ਉਹਨਾਂ ਨੂੰ ਇਹ ਸਮਝ ਨਹੀਂ ਗਈ ਕਿ ਜਿਹੜੇ ਇਹ ਖੇਤੀ ਵਾਲਾ ਸੂਬਾ ਹੈ, ਇੱਥੇ ਖੇਤੀ ਨਾਲ ਰਿਲੇਟਡ ਜਿਹੜੀ ਆ ਉਹ ਤਾਂ ਚੀਜ਼ ਆ ਸਕਦੀ ਹੈ। ਜਿਹੜੇ 2.5 ਲੱਖ ਕਰੋੜ ਦੇ MOU ਜਿਹੜੇ ਉਹ ਸਾਈਨ ਕਰਦੇ ਰਹੇ, ਫਿਰ ਉਹ ਕਾਹਦੇ ਸੀਗੇ? ਉਹ ਖੇਤੀ ਨਾਲ ਰਿਲੇਟਡ ਤਾਂ ਹੈ ਨਹੀਂ ਸੀਗੇ। ਉਹ ਖੇਤੀ ਨਾਲ ਰਿਲੇਟਡ ਚੀਜ਼ਾਂ
ਕਿਉਂ ਨਹੀਂ ਲੈ ਕੇ ਆਂਦੀਆਂ ਗਈਆਂ? ਅੱਜ ਜਿੰਨਾ ਖੇਤੀ ਦੇ ਵਿੱਚੋਂ ਬਣ ਰਿਹਾ, ਛੋਟੀ ਤੋਂ ਛੋਟੀ ਚੀਜ਼ ਤੋਂ ਲੈ ਕੇ ਵੱਡੀ ਤੋਂ ਵੱਡੀ, ਕਿੰਨਾ ਪੈਸਾ ਇਹ ਕਾਰਪੋਰੇਟ ਅਦਾਰੇ ਜਿਹੜੇ ਉਹ ਕਮਾ ਰਹੇ ਆ? ਦੇਖੋ ਅਸਲ 'ਚ ਜਿਹੜੀ ਖੇਤੀ ਹੈ ਉਹ ਅੱਜ ਦੀ ਡੇਟ 'ਚ ਸਾਰੇ ਪੰਜਾਬ ਲਈ ਘਾਟੇ ਦਾ ਸੌਦਾ ਹੈ। ਸਿਰਫ ਇੱਕ ਦੋ ਵੱਡੇ ਪਰਿਵਾਰਾਂ ਲਈ ਇਹ ਲਾਹੇਵੰਦ ਹੁੰਦਾ ਹੈ। ਮੈਂ ਹੈਰਾਨ ਸੀਗਾ ਜਿਸ ਵੇਲੇ ਸੁਖਬੀਰ ਬਾਦਲ ਪਾਰਲੀਮੈਂਟ 'ਚ ਬੋਲ ਰਹੇ ਸੀਗੇ ਕਿ ਮੈਂ ਵੀ ਕਿਸਾਨ ਹਾਂ, ਮੈਂ ਵੀ ਖੇਤੀ ਕਰਦਾ। ਕਿੱਥੇ ਖੇਤੀ ਕੀਤੀ ਉਹਨਾਂ ਨੇ? ਜੇ ਤੁਸੀਂ ਕਿਸਾਨ ਹੋ ਤਾਂ ਫਿਰ ਇਹ ਦੱਸ ਦਿਓ ਸਾਰੇ ਪੰਜਾਬ ਨੂੰ, ਸਾਰੇ ਦੇਸ਼ ਦੇ ਲੋਕਾਂ ਨੂੰ ਦੱਸ ਦਿਓ, ਕਿਸਾਨਾਂ ਨੂੰ, ਕਿ ਐਂ ਖੇਤੀ ਕਰਕੇ 1000 ਬੱਸਾਂ ਦੀ ਫਲੀਟ ਵੀ ਬਣ ਜਾਂਦੀ ਹੁੰਦੀ ਹੈ। ਵੀ ਇੰਨਾ ਲਾਹੇਵੰਦ ਧੰਦਾ ਹੈ ਖੇਤੀ, ਜਿਹੜੀ ਆਹ ਖੇਤੀ ਕਰ ਲਓ ਤਾਂ ਉਹਦੇ ਨਾਲ 5 ਸਟਾਰ ਹੋਟਲ ਵੀ ਬਣ ਜਾਂਦੇ ਹੁੰਦੇ ਨੇ। ਇੰਨਾ ਲਾਹੇਵੰਦ ਧੰਦਾ ਹੈ ਕਿ ਐਵੀਏਸ਼ਨ ਕੰਪਨੀਆਂ ਵੀ ਖੁੱਲ੍ਹ ਜਾਂਦੀਆਂ ਹੈਲੀਕਾਪਟਰਾਂ ਵਾਲੀਆਂ। ਇਹ ਖੇਤੀ 'ਚ ਬਣਿਆ ਜੀ। ਸੋ ਇਹ ਤਾਂ ਨਾਮ ਦੇ ਕਿਸਾਨ ਨੇ ਜੀ, ਠੀਕ ਹੈ ਨਾ। ਇਹ ਅਸਲ ਕਿਸਾਨ ਤਾਂ ਦੇਖੋ ਪੰਜਾਬ ਦੀ ਜਿਹੜਾ ਇਕਨੋਮਿਕ ਸਰਵੇ ਹੋਇਆ ਸੀਗਾ, 87% ਦੇ ਲਗਭਗ ਜਿਹੜੇ ਕਿਸਾਨ ਨੇ ਉਹ 5 ਕਿੱਲਿਆਂ ਤੋਂ ਥੱਲੇ ਵਾਲੇ ਨੇ, ਠੀਕ ਹੈ ਜੀ। 5 ਕਿੱਲਿਆਂ ਤੋਂ ਥੱਲੇ ਵਾਲੇ ਲਈ ਤਾਂ ਅੱਜ ਦੀ ਡੇਟ 'ਚ ਟਿਊਬਵੈੱਲ ਲਾਉਣਾ ਵੀ ਟੇਢੀ ਖੀਰ ਹੈ ਜੀ। 600 ਫੁੱਟ ਤੇ ਪਾਣੀ ਚਲਾ ਗਿਆ ਥੱਲੇ। ਇੱਕ ਟਿਊਬਵੈੱਲ ਲਾਉਣਾ ਵੀ ਉਹਦੇ ਲਈ ਬਹੁਤ ਵੱਡੀ ਗੱਲ ਹੋਊਗੀ ਵੀ ਜੋ ਟਿਊਬਵੈੱਲ ਆ ਜੇ ਉਹਦਾ ਟਿਊਬਵੈੱਲ ਦਾ ਕਰਜ਼ਾ ਨਹੀਂ ਉਤਰਦਾ। ਸੋ 5 ਕਿੱਲਿਆਂ ਵਾਲਾ ਕਿੱਥੇ ਮਹਾਰਾਸ਼ਟਰ ਖੇਤੀ ਵੇਚੂਗਾ ਜੀ ਆਪਣੀ ਫਸਲ? ਇਹ ਕਹਿੰਦੇ ਕਿਸਾਨ ਆਜ਼ਾਦ ਕਰਤਾ, ਉਹ ਜਿੱਥੇ ਮਰਜ਼ੀ ਵੇਚ ਸਕਦਾ। ਉਹ ਕਿਹੜੇ ਉਹ ਇੰਟਰਨੈਟ ਤੋਂ ਚੈੱਕ ਕਰੂਗਾ ਵੀ ਮੇਰੀ ਜਿਹੜੀ ਗੋਭੀ ਹੈ ਉਹ ਭੋਪਾਲ ਵਿਕਦੀ ਹੈ ਬਹੁਤ ਵਧੀਆ, ਕਿਵੇਂ ਲੈ ਕੇ ਜਾਊਗਾ ਭੋਪਾਲ? ਨਾਲ ਦੀ ਮੰਡੀ ਜਾਣ ਨੂੰ ਤਾਂ ਉਹਦੇ ਕੋਲ ਟਰੈਕਟਰ ਹੈ ਨਹੀਂ, ਟਰੈਕਟਰ ਛੋਟੇ ਨੇ ਸਾਡੇ, ਉਹ ਬੜੀ ਮੁਸ਼ਕਿਲ ਨਾਲ ਤਾਂ ਨਾਲ ਦੀ 4 ਕਿਲੋਮੀਟਰ ਦੀ ਜਿਹੜੀ ਰੇਡੀਅਸ ਹੈ ਮੰਡੀਆਂ ਦੀ ਉੱਥੇ ਲੈ ਕੇ ਜਾਂਦਾ ਜੀ। ਤਾਂ ਕਹਿੰਦੇ ਜੀ ਵਿਚੋਲੀਏ ਖਤਮ ਕਰਤੇ। ਫਰਜ਼ ਕਰ ਲਓ ਕੋਈ ਭੋਪਾਲ ਪਹੁੰਚ ਗਿਆ, ਕੋਈ ਆਪਦੀ ਫਸਲ ਵੇਚਣ ਲਈ ਭੁਵਨੇਸ਼ਵਰ ਜਾਂ ਬੈਂਗਲੌਰ ਪਹੁੰਚ ਗਿਆ, ਤਾਂ ਉੱਥੇ ਵਿਚੋਲੀਏ ਨਹੀਂ ਹੋਣਗੇ, ਜਾਣ ਸਾਰੀ ਵਿਕ ਜੂਗੀ ਉਹਦੀ ਫਸਲ, ਠੀਕ ਹੈ ਜੀ। ਕਿੰਨੀਆਂ ਸਟੇਟਾਂ ਵਿੱਚ ਦੀ ਹੁੰਦਾ ਹੋਇਆ ਜਾਊਗਾ। ਟਰੱਕਾਂ ਵਾਲਿਆਂ ਨੂੰ ਪੁੱਛ ਲਓ, ਟੈਕਸੀ ਵਾਲਿਆਂ ਨੂੰ ਪੁੱਛ ਲਓ, ਹਰ 40 ਕਿਲੋਮੀਟਰ ਬਾਅਦ ਇੱਕ ਥੱਪੜ ਹੈ ਤੇ 500 ਦਾ ਨੋਟ ਹੈ। ਸੋ ਮਤਲਬ ਤੁਸੀਂ ਕਿਉਂ ਲੋਕਾਂ ਨੂੰ ਐਂ ਕਮਲੇ ਬਣਾਈ ਜਾਂਦੇ ਹੋ? ਉਹ ਖੇਤੀ ਕਰਦਾ, ਖੇਤੀ ਕਰਕੇ ਕੁਛ ਆਪਦੇ ਘਰ ਲਈ ਰੱਖ ਲੈਂਦਾ ਤੇ ਕੁਛ ਉਹ ਵੇਚ ਦਿੰਦਾ ਜਿਹੜੀ ਬਚਦੀ ਹੈ। ਛੋਟਾ ਆੜਤੀ ਹੈ, ਉਹਦੇ ਕੋਲੇ ਆੜਤੀ ਉਹਦਾ CA ਹੈ, ਚਾਰਟਰਡ ਅਕਾਊਂਟੈਂਟ ਹੈ। ਉਹ ਤੋਂ 2.5 ਮਹੀਨੇ ਪਹਿਲਾਂ 2-2.5 ਮਹੀਨੇ ਪਹਿਲਾਂ ਦੁੱਖ ਸੁੱਖ ਚਾੜਤੀ ਤੋਂ ਪੈਸੇ ਲੈ ਲੈਂਦਾ ਰਾਤ ਨੂੰ, ਅੱਧੀ ਰਾਤ ਨੂੰ। ਕਿਸਾਨ ਉਹ ਕਿਸਾਨ ਜਿਹੜਾ ਆੜਤੀ ਉਹ ਦੇ ਦਿੰਦਾ ਕਿ ਮੇਰੇ ਕੋਲ 2.5 ਮਹੀਨੇ ਬਾਅਦ ਇਹਦੀ ਫਸਲ ਆਊਗੀ, ਵਿਸ਼ਵਾਸ ਬਣਿਆ। ਤੇ ਅਸੀਂ ਹੁਣ ਜਾ ਕੇ ਉਹਨਾਂ ਤੋਂ ਪੂੰਜੀਪਤੀਆਂ ਤੋਂ 2.5 ਮਹੀਨੇ ਪਹਿਲਾਂ ਉਹਨਾਂ ਦਾ ਕੁੰਡਾ ਖੜਕਾਵਾਂਗੇ ਕਿ ਸਾਨੂੰ ਪੈਸੇ ਦਿਓ ਜੀ, ਕੁੜੀ ਦਾ ਵਿਆਹ ਹੈ। ਉਹ ਕਹਿੰਗੇ ਮੈਂ ਕੀ ਲੈਣਾ ਕੁੜੀ ਦੇ ਵਿਆਹ ਤੋਂ, ਹਜੇ ਆਪਣਾ ਐਗਰੀਮੈਂਟ ਨਹੀਂ ਸਾਈਨ ਹੋਇਆ ਫਸਲ ਦਾ ਅਗਲੀ ਦਾ, ਅਸੀਂ ਨਹੀਂ ਦੇ ਸਕਦੇ ਪੈਸੇ। ਸੋ ਕਿਤੇ ਨਾ ਕਿਤੇ GDP 'ਚ ਇੱਕੋ ਹੀ ਚੀਜ਼ ਇਸ ਵਾਰ ਕਰੋਨਾ ਤੋਂ ਬਾਅਦ ਦੇਸ਼ ਦੀ GDP 23.9% ਮਾਈਨਸ ਚਲੀ ਗਈ। ਇੱਕੋ ਹੀ ਸੈਕਟਰ ਜਿਹੜਾ ਪੋਜ਼ਿਟਿਵ ਸੀਗਾ, ਖੇਤੀ। ਇੰਨੇ ਮਹਾਮਾਰੀ ਦੇ ਬਾਵਜੂਦ ਵੀ ਕਿਸਾਨਾਂ ਨੇ ਭਾਰਤ ਨੂੰ ਭੁੱਖਾ ਨਹੀਂ ਮਰਨ ਦਿੱਤਾ। ਉਹੀ ਉਸੇ ਤੇ ਆਖਿਆ ਬਸ ਕਿ ਪੋਜ਼ਿਟਿਵ ਹੈ, ਇਹ ਖੇਤੀ ਸੈਕਟਰ ਨੂੰ ਵੇਚੋ। ਤੇ ਤੁਸੀਂ ਕਿਹਾ ਨਾ ਕਿ ਖੇਤੀ ਨਾਲ ਸੰਬੰਧਿਤ ਇੱਥੇ ਆਉਣੇ ਚਾਹੀਦੇ ਸੀ। ਪਿਛਲੇ 6 ਸਾਲ ਤੋਂ, ਹੁਣ ਤਾਂ ਚਲੋ ਇੱਕ ਅਸਤੀਫੇ ਦਾ ਡਰਾਮਾ ਜਿਹਾ ਕਰਤਾ, 6 ਸਾਲ ਤੋਂ ਫੂਡ ਪ੍ਰੋਸੈਸਿੰਗ ਮਿਨਿਸਟਰੀ ਤਾਂ ਭਾਰਤ ਦੀ ਫੂਡ ਪ੍ਰੋਸੈਸਿੰਗ ਮਿਨਿਸਟਰੀ ਤਾਂ ਪੰਜਾਬ ਦੇ ਹਿੱਸੇ ਆਈ ਸੀ ਨਾ, ਹਰਸਿਮਰਤ ਕੌਰ। ਕਿੰਨੇ ਫੂਡ ਪ੍ਰੋਸੈਸਿੰਗ ਦੇ ਪਲਾਂਟ ਲੈ ਕੇ ਆਏ, ਇੱਕ ਬਠਿੰਡੇ ਲਾਉਣਾ ਸੀ, ਉਹ ਵੀ ਬੈਂਕਰਪਟ ਹੋ ਗਿਆ। ਸੋ ਮਤਲਬ ਜੇ ਤੁਸੀਂ ਐਗਰੀਰੀਅਨ ਸਟੇਟ ਦੇ ਮਿਨਿਸਟਰ ਹੋ ਕੇ ਬਠਿੰਡੇ ਵਰਗੇ ਲੋਕ ਸਭਾ ਹਲਕੇ ਤੋਂ ਤੁਸੀਂ ਜਿੱਤ ਕੇ 2 ਵਾਰੀ ਮਿਨਿਸਟਰ ਬਣਦੇ ਹੋ, ਤੇ ਸਾਡਾ ਨਰਮਾ, ਸਾਡਾ ਆਲੂ, ਸਾਡਾ ਟਮਾਟਰ, ਸਾਡੀਆਂ ਸਬਜ਼ੀਆਂ ਕਿਉਂ ਨਹੀਂ ਪ੍ਰੋਸੈਸ ਹੋਈਆਂ? ਕਿਉਂ ਨਹੀਂ ਉਹਨਾਂ ਦੇ ਪ੍ਰੋਡਕਟ ਬਣ ਕੇ ਪੂਰੀ ਦੁਨੀਆ 'ਚ ਗਏ? ਨਹੀਂ ਕਰਨ ਦਿੰਦੇ। ਹੁਣ ਇਹ ਕਹਿੰਦੇ ਨੇ ਕੰਟਰੈਕਟ ਖੇਤੀ, ਤੇ ਇਦੋਂ ਪਹਿਲਾਂ ਪੰਨੂ ਸਾਹਿਬ ਕੰਟਰੈਕਟ ਖੇਤੀ ਹੁੰਦੀ ਨਹੀਂ। ਜਿਹੜੀਆਂ ਮਿੱਲਾਂ ਨੇ, ਸ਼ੂਗਰ ਮਿੱਲਾਂ, ਤੇ ਉਹ ਗੰਨਾ ਬਿਜਵਾਉਂਦੀਆਂ ਨਹੀਂ ਆਲੇ ਦੁਆਲੇ ਦੇ ਪਿੰਡਾਂ 'ਚ, ਤੇ ਗੰਨਾ ਬਿਜਵਾ ਕੇ ਉਹ ਤੋਂ ਬਾਅਦ ਗੰਨਾ ਲੈ ਲੈਂਦੀਆਂ ਨੇ, ਤੇ 2-2 ਸਾਲ ਕਿਸਾਨਾਂ ਨੂੰ ਧਰਨੇ ਦੇਣੇ ਪੈਂਦੇ ਨੇ। ਰੂਲ 14 ਦਿਨ ਦੇ ਵਿੱਚ ਪੇਮੈਂਟ ਕਰਨ ਦਾ, ਉਹ ਦੇ ਦਿੰਦੇ ਨੇ, ਉਹ ਕੰਟਰੈਕਟ ਤੇ ਪੂਰੇ ਉਤਰਦੇ ਨੇ। ਇਹ ਵੱਡੇ ਪੂੰਜੀਪਤੀ ਜਿਹੜੇ ਅੰਡਾਨੀ ਹੋ ਰਹੀ ਆਉਣਗੇ, ਇਹ ਪੂਰੇ ਉਤਰ ਜਾਣਗੇ ਉਹਨਾਂ ਕੰਟਰੈਕਟ ਤੇ। ਇਹ ਕੀ ਆ, ਜਿਹੜੇ ਆਪਣਾ ਚੰਨੋ 'ਚ ਫੈਕਟਰੀ ਆ ਲੇਜ਼ ਦੀ, ਪੈਪਸੀ ਵਾਲਿਆਂ ਦੀ, ਉਹ ਆਲੂ ਬਿਜਵਾਉਂਦੇ ਨਹੀਂ, ਤੇ ਬਾਅਦ 'ਚ ਆਲੂ ਨੂੰ ਇੱਕ ਕੜਾ ਜਿਹਾ ਲੈ ਲੈਂਦੇ ਨੇ, ਕੜਾ ਟਾਈਪ ਲੈ ਕੇ ਉਹਦੇ ਵਿੱਚ ਦੀ ਕੱਢਦੇ ਆ। ਜੇ ਉਹਦੇ ਵਿੱਚ ਦੀ ਲੰਘ ਗਿਆ ਤਾਂ ਠੀਕ ਹੈ, ਜੇ ਨਾ ਲੰਘਿਆ ਇਹ ਤਾਂ ਟੇਢਾ ਹੈ ਜੀ, ਇਹਦਾ ਸਾਈਜ਼ ਵੱਧ ਹੈ, ਜੇ ਸ਼ੂਗਰ ਵੱਧ ਹੋਊਗੀ। ਹੁਣ ਉਹ ਕਿਸਾਨ ਆਲੂ ਨੂੰ ਟੇਢਾ ਤਾਂ ਨਹੀਂ ਕਰਦਾ ਨਾ, ਹਰੇਕ ਆਲੂ ਨਾਲ ਗੱਲ ਕਰਕੇ ਤਾਂ ਨਹੀਂ ਉਹਨੂੰ ਉਗਾਉਂਦਾ ਨਾ। ਇਹ ਇੱਦਾਂ ਹੀ ਇਹ ਕੱਢਣਗੇ ਪ੍ਰੋਡਕਟ, ਜਿਹੜਾ ਉਹਦੀ ਕੁਆਲਿਟੀ ਦਾ ਕਰ ਲੈਣਗੇ ਐਗਰੀਮੈਂਟ, ਠੀਕ ਹੈ ਜੀ। ਆਪਾਂ ਕਦੇ ਮੋਬਾਈਲ ਫੋਨ ਵੀ ਖਰੀਦਦੇ ਹਾਂ ਨਾ, ਸਿਮ ਵੀ ਲੈਂਦੇ ਹਾਂ, ਆਪਾਂ ਕਦੇ ਪੜ੍ਹੇ ਨੇ ਜੀ ਉਹ
ਜਾਂ ਕਾਰ ਲੈਂਦੇ ਆ ਆਪਾਂ, ਕਦੇ ਡੇ ਐਗਰੀਮੈਂਟ ਪੜ੍ਹੇ ਨੇ, ਥੱਲੇ ਕੰਡੀਸ਼ਨਸ ਅਪਲਾਈ ਲਿਖਿਆ ਹੁੰਦਾ, ਠੀਕ ਹੈ ਜੀ, ਜਿਹੜਾ ਸਟਾਰ ਜਾਂ ਲਾ ਕੇ, ਸੋ ਉਹਦੇ ਸਾਰੀਆਂ ਕੰਡੀਸ਼ਨਾਂ ਉਸੇ 'ਚ ਹੀ ਹੁੰਦੀਆਂ ਨੇ। ਸੋ ਜਦੋਂ ਮਰਜ਼ੀ ਉਹਦੀ ਸਾਡੇ ਜਿਹੜੀ ਫਸਲ ਬੀਜਣਗੇ ਕਿਸਾਨ, ਉਹਨਾਂ ਦੀ ਕੁਆਲਿਟੀ ਦੇ ਵਿੱਚ ਨੁਕਸ ਕੱਢ ਕੇ ਜਦੋਂ ਮਰਜ਼ੀ ਕਹਿਣਗੇ ਅਸੀਂ ਨਹੀਂ ਲੈਂਦੇ, ਫਿਰ ਵੇਚੂ ਕਿੱਥੇ ਜਦੋਂ ਆੜਤੀ ਵੀ ਖਤਮ ਕਰਤੇ ਉਹਨੇ। ਸਭ ਅੱਜ ਜਿਹੜੀ ਚੀਜ਼ ਹੁਣ ਇਹ ਨਿਕਲ ਕੇ ਸਾਹਮਣੇ ਆਈ ਹੈ, ਪਹਿਲਾਂ ਇੰਨੇ ਸਾਲ ਨਹੀਂ ਜਿਹੜੀ ਜੀ ਆ ਸਕੀ, ਵੀ ਜਿਹੜੇ ਕਾਰਪੋਰੇਟ ਘਰਾਣੇ ਨੇ ਉਹ ਕਿਵੇਂ ਕਾਬਜ਼ ਹੋਣਾ ਚਾਹੁੰਦੇ ਆ ਇਸ ਸਭ ਕਾਸੇ ਦੇ ਉੱਤੇ। ਅੱਛਾ, ਹੁਣ ਜਦੋਂ ਇਹ ਬਾਹਰ ਨਿਕਲਣਾ ਸ਼ੁਰੂ ਹੋਇਆ ਤੇ ਇਹ ਪਤਾ ਲੱਗਿਆ ਵੀ ਇਹ ਹੁਣ ਪੈਟਰੋਲ ਪੰਪਾਂ ਦਾ ਇੱਥੇ ਬਾਈਕਾਟ ਹੋ ਰਿਹਾ, ਮਾਲਸ ਜਿਹੜੀਆਂ ਵੱਡੀਆਂ ਬਣੀਆਂ ਉਹਨਾਂ ਦਾ ਬਾਈਕਾਟ ਹੋ ਰਿਹਾ, ਜਿਹੜੀਆਂ ਫੂਡ ਚੇਨਸ ਵੱਡੀਆਂ ਆਈਆਂ ਉਹਨਾਂ ਦੇ ਬਾਹਰ ਕਿਸਾਨ ਆ ਕੇ ਬਹਿ ਗਏ। ਉਹ ਹੌਲੀ ਨਿਕਲਣਾ ਸ਼ੁਰੂ ਹੋਇਆ ਵੀ ਇਹ ਤਾਂ ਪੋਲੀਟੀਸ਼ੀਅਨਾਂ ਦੀਆਂ ਨੇ। ਤੋ ਇਹ ਕੀ ਮੇਲ ਜਿਹੜਾ ਸੀਗਾ, ਜਿਹੜੇ ਲੋਕ ਇੱਥੇ ਕਾਬਜ਼ ਰਹੇ ਪੰਜਾਬ ਦੇ ਉੱਤੇ ਜਾਂ ਅੱਜ ਵੀ ਹੈਗੇ ਨੇ ਉਹਨਾਂ ਦਾ, ਇਹ ਕੀ ਉਹਨਾਂ ਨੂੰ ਇਹ ਚੇਤਾ ਨਹੀਂ ਸੀਗਾ ਵੀ ਕਦੀ ਇਹ ਚੀਜ਼ਾਂ ਵੀ ਸਾਹਮਣੇ ਜਿਹੜੀਆਂ ਆ ਸਕਦੀਆਂ ਨੇ? ਦੇਖੋ, ਜਿਸ ਵੇਲੇ 10 ਸਾਲ ਦਾ ਇਹਨਾਂ ਦਾ ਰਾਜ ਰਿਹਾ ਅਕਾਲੀ ਬੀਜੇਪੀ ਦਾ ਪੰਜਾਬ 'ਚ, ਉਸ ਵੇਲੇ ਰੌਲਾ ਪੈਂਦਾ ਰਿਹਾ ਕਿ ਢਾਬਿਆਂ ਤੱਕ ਦੇ ਵੀ, ਪਾਰਟੀਕੂਲਰ ਢਾਬਿਆਂ ਦੇ ਨਾਮ ਵੀ ਆਏ ਉਹ 'ਚ, ਕਿ ਢਾਬਿਆਂ 'ਚ ਵੀ ਹਿੱਸਾ ਪਾ ਲਿਆ, ਠੀਕ ਹੈ, ਫਲਾਨਾ ਢਾਬਾ ਮੈਨੂੰ ਦੇ ਨਹੀਂ ਤਾਂ ਜਿਹੜਾ ਹੈ ਉਹ ਉੱਤੋਂ ਦੀ ਓਵਰਬ੍ਰਿਜ ਕੱਢ ਦਿਆਂਗੇ, ਤੇਰੇ ਢਾਬੇ 'ਤੇ ਲੋਕ ਰੁਕਣੇ ਹੀ ਬੰਦ ਹੋ ਜਾਣਗੇ, ਠੀਕ ਹੈ ਜੀ, ਆ ਫਲਾਨੀ ਟਰਾਂਸਪੋਰਟ ਮੈਨੂੰ ਦੇ ਨਹੀਂ ਤਾਂ DTO ਖੜੂਗਾ ਅਤੇ ਹਰ ਰੋਜ਼ ਤੇਰੀ ਜਿਹੜੀ ਬੱਸ ਹੈ ਉਹਦੇ 'ਚ ਕੋਈ ਨਾ ਕੋਈ ਕੱਢ ਕੇ ਨੁਕਸ ਤੇਰੇ ਚਲਾਨ ਕੱਟੇ ਜਾਣਗੇ। ਫਿਰ ਉਹ ਬੰਦਾ ਕਹਿੰਦਾ ਸੀ ਚਲੋ ਜਿੰਨੇ ਦਿੰਦੇ ਹੋ ਜੀ ਉਨੇ ਲੈ ਲਓ। ਇੱਦਾਂ ਕਰਕੇ ਛੋਟੇ ਟਰਾਂਸਪੋਰਟਰ ਸਾਰੀਆਂ ਟਰਾਂਸਪੋਰਟਾਂ ਖਤਮ ਕਰਕੇ ਇਹਨਾਂ ਨੇ ਆਪਦੀ ਰਜਾਈਮ ਬਣਾ ਲਈ, ਫਲੀਟਾਂ ਬਣਾ ਲਈਆਂ, ਆਪਦੇ ਢਾਬੇ ਬਣਾ ਲਏ। ਫਿਰ ਇਹ ਹੋ ਸਕਦਾ ਕਿ ਉਹਨਾਂ ਦੇ ਰਾਜ ਦੇ ਵਿੱਚ ਜਿੱਥੇ ਸਮੋਸਿਆਂ ਦੀ ਰੇਹੜੀ ਲਾਉਣ ਵਾਸਤੇ ਵੀ ਉਹਨਾਂ ਤੋਂ ਪਰਮਿਸ਼ਨ ਜਾਂ ਉਹਨਾਂ ਨੂੰ ਹਿੱਸਾ ਦੇਣਾ ਪੈਂਦਾ ਹੋਵੇ, ਐਡੇ ਮੈਕਡੋਨਲਡਸ, ਐਡੇ KFC, ਐਡੇ ਬੈਸਟ ਪ੍ਰਾਈਸ, ਔਰ ਇਹਨਾਂ ਦੀਆਂ ਆਪਦੀਆਂ ਜ਼ਮੀਨਾਂ 'ਚ ਨੇ ਉਹ, ਠੀਕ ਹੈ, ਐਡੇ ਰਿਲਾਇੰਸ ਦੇ ਪੰਪ ਆ ਜਾਣਗੇ, ਇਹਨਾਂ ਦੀਆਂ ਪਰਮਿਸ਼ਨ ਆ ਸਕਦੇ ਨੇ। ਹੋ ਸਕਦਾ ਕਿ ਇੰਨੇ ਜ਼ਿਆਦਾ ਪੰਜਾਬ ਪ੍ਰਤੀ ਇਹ ਸੁਹਿਰਦ ਹੋ ਜਾਣ ਕਿ ਜੀ ਲੋਕਾਂ ਨੂੰ ਇਹਦੇ ਨਾਲ ਰੁਜ਼ਗਾਰ ਮਿਲਦਾ, ਲੈ ਕੇ ਆਓ। ਮੇਰਾ ਇੱਕ ਦੋਸਤ ਸੀਗਾ ਕੈਲੀਫੋਰਨੀਆ ਤੋਂ, ਉਹ ਸੋਲਰ ਦਾ ਪਲਾਂਟ ਲਾਉਣਾ ਚਾਹੁੰਦਾ ਸੀ ਇੱਥੇ ਪੰਜਾਬ 'ਚ। ਉਹ ਕਹਿੰਦੇ ਸੀ ਮੈਂ ਬਿਜਲੀ ਵੀ ਸਸਤੀ ਹੋ ਜੂਗੀ ਅਤੇ ਮੈਂ ਇੱਕ ਬਹੁਤ ਵੱਡਾ ਪਲਾਂਟ ਲਾਉਣਾ ਚਾਹੁੰਦਾ, ਘੱਟੋ ਘੱਟ 10,000 ਤੋਂ ਵੱਧ ਬੰਦੇ ਨੂੰ ਕੰਮ ਮਿਲ ਜੂਗਾ। ਅਤੇ ਉਹ ਗਏ ਆਪਣੇ ਡਿਪਟੀ CM ਸਾਹਿਬ, ਜਿਹੜੇ ਕਿ ਹੁਣ ਅੱਜ ਕੱਲ੍ਹ ਬਹੁਤ ਕਿਸਾਨ ਪਿਆਰਾ ਜਿਨ੍ਹਾਂ ਨੂੰ ਹੋ ਗਿਆ, ਸੋ ਕੋਈ ਗੱਲ ਨਹੀਂ, ਉਹਨਾਂ ਕੋਲ ਗਏ ਅਤੇ ਉਹ ਕਹਿੰਦੇ ਜੀ ਪ੍ਰੋਫਿਟ 'ਚੋਂ 25%। ਉਹ ਕਹਿੰਦੇ ਜੀ ਮੈਂ ਤਾਂ ਨਹੀਂ ਦੇ ਸਕਦਾ ਇੰਨਾ। ਕਹਿੰਦੇ ਫਿਰ ਨਾ ਲਾਓ, ਸਾਨੂੰ ਕੀ ਲੋਕਾਂ ਦਾ, ਠੀਕ ਹੈ ਨਾ। ਉਹਨੇ ਕਿਤੇ ਜਾ ਕੇ ਮੇਰੇ ਖਿਆਲ 'ਚ ਗੁਜਰਾਤ ਜਾਂ ਇੱਧਰ ਮੱਧ ਪ੍ਰਦੇਸ਼ ਵਗੈਰਾ 'ਚ ਲਾ ਲਿਆ ਪਲਾਂਟ। ਸੋ ਜਦੋਂ ਤੁਸੀਂ ਸਿਰਫ ਅਤੇ ਸਿਰਫ ਪ੍ਰੋਫਿਟ ਆਪਦਾ ਭਾਲਦੇ ਹੋ, ਲੋਕਾਂ ਦਾ ਇੰਟਰਸਟ ਹੀ ਹੈ ਨਹੀਂ, ਤਾਂ ਫਿਰ ਤੁਸੀਂ ਕਿਸ ਤਰ੍ਹਾਂ ਸੋਚ ਸਕਦੇ ਹੋ ਕਿ ਵੱਡੇ ਜਿਹੜੇ ਇੱਥੇ ਬਿਜ਼ਨਸ ਕਰਨ ਆਏ ਨੇ ਇਹਨਾਂ ਨੂੰ ਪੁੱਛੇ ਬਿਨਾਂ ਅੱਗੇ ਹੋਣਗੇ। ਟਾਟਾ ਦਾ ਰੌਲਾ ਪਿਆ ਸੰਗੂਰ, ਸੇਮ ਹੀ ਰੌਲਾ ਲਗਭਗ, ਉਹ ਵੀ ਜ਼ਮੀਨਾਂ ਖੋਹਦੇ ਸੀ। ਨੈਨੋ ਦਾ ਪ੍ਰੋਜੈਕਟ ਸੀ, ਨਹੀਂ ਲੱਗਣ ਦਿੱਤਾ। ਉਸ ਵੇਲੇ ਟਾਟਾ ਨੂੰ ਕੀ ਚਾਹੀਦਾ ਸੀ? 4000 ਏਕੜ ਜ਼ਮੀਨ ਚਾਹੀਦੀ ਸੀ ਅਤੇ ਰੇਲ ਦਾ ਲਿੰਕ ਚਾਹੀਦਾ ਸੀ। ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸੀ, ਨਰਿੰਦਰ ਮੋਦੀ ਗੁਜਰਾਤ ਦਾ ਮੁੱਖ ਮੰਤਰੀ। ਪ੍ਰਕਾਸ਼ ਸਿੰਘ ਬਾਦਲ ਇੱਥੇ ਕਿਤੇ ਸਰੋਪੇ ਪਾਉਂਦੇ ਫਿਰਦੇ ਹੋਣਗੇ ਵੀ ਆਹ ਵੀ ਸਾਡੀ ਪਾਰਟੀ 'ਚ ਆ ਗਏ ਜੀ, ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ, ਬੜਾ ਬਲ ਮਿਲਿਆ ਜੀ। ਮੁੱਖ ਮੰਤਰੀ ਦਾ ਕੰਮ ਇਹ ਕੰਮ ਸਰੋਪੇ ਪਾਉਣਾ ਥੋੜ੍ਹੀ ਹੁੰਦਾ। ਮੁੱਖ ਮੰਤਰੀ ਦਾ ਕੰਮ ਹੁੰਦਾ ਕਿ ਜੇ ਇੱਕ ਸੂਬੇ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਪ੍ਰੋਜੈਕਟ ਆਉਂਦਾ ਜਿਹਦੇ ਨਾਲ ਕੰਮ ਮਿਲਦਾ ਲੋਕਾਂ ਨੂੰ, ਅਤੇ 20,000 ਤੋਂ ਵੱਧ ਬੰਦਿਆਂ ਨੂੰ ਕੰਮ ਮਿਲਣਾ ਸੀ, ਅਤੇ ਉਹ ਜਾਂਦੇ ਟਾਟਾ ਕੋਲੇ। ਫਰੀਦਕੋਟ ਵਾਲੇ ਰਾਜੇ ਦੀ 10,000 ਏਕੜ ਜ਼ਮੀਨ ਵਿਹਲੀ ਪਈ ਹੈ ਜੀ, ਵਿੱਚ ਦੀ ਰੇਲ ਲਾਈਨ ਲੰਘਦੀ ਹੈ ਜੀ। ਟਾਟਾ ਨੈਨੋ ਇੱਥੇ ਲਿਆਉਂਦੇ ਅਤੇ ਇੱਥੇ 20,000 ਬੰਦੇ ਨੂੰ ਕੰਮ ਮਿਲਣਾ ਸੀ, ਹੋਰ ਜਿਹੜਾ ਇਨਡਾਇਰੈਕਟ ਰੋਜ਼ਗਾਰ ਪੈਦਾ ਹੋਣਾ ਸੀ ਉਹ ਅਲੱਗ ਸੀਗਾ ਜੀ, ਠੀਕ ਹੈ। ਨਹੀਂ, ਉਹ ਗੁਜਰਾਤ 'ਚ ਲੈ ਗਏ, ਮੋਦੀ ਲੈ ਗਿਆ ਨੈਨੋ ਦਾ ਪ੍ਰੋਜੈਕਟ ਜਿਹੜਾ। ਸੋ ਇਹਨਾਂ ਨੂੰ ਤਾਂ ਸਿਰਫ ਇਹੀ ਪਤਾ ਹੈ ਕਿ ਇਹਦੇ ਸਰੋਪਾ ਕਿਵੇਂ ਪਾਉਣਾ, ਉਹਨੂੰ ਕਿਵੇਂ ਤੋੜਨਾ, ਇਹਨੂੰ ਕਿਵੇਂ ਲੱਤਾਂ ਖਿੱਚਣੀਆਂ। ਸੋ ਇਹਨਾਂ ਕੰਮਾਂ 'ਤੇ ਰਹਿ ਗਏ ਇਹ। ਹੋਰ ਇਹਨਾਂ ਨੂੰ ਕੋਈ ਆਪਦੇ ਬਿਜ਼ਨਸ ਕਿਵੇਂ ਵਧਾਉਣੇ ਨੇ, ਇੱਕ ਮਾਰਕੀਟਿੰਗ ਪ੍ਰਾਈਵੇਟ ਲਿਮਟਿਡ ਕੰਪਨੀ ਵਾਂਗੂ ਪਾਰਟੀ ਚਲਾ ਕੇ ਕਿਵੇਂ ਆਪਣੇ ਬਿਜ਼ਨਸ ਵਧਾਏ ਨੇ, ਇਹਦੇ ਬਾਰੇ ਸਾਰਿਆਂ ਨੂੰ ਪਤਾ। ਹੁਣ ਇੱਥੋਂ ਫਿਰ ਗੱਲ ਜਿਹੜੀ ਜੀ ਇਹ ਆ ਜਾਂਦੀ ਹੈ ਕਿ ਜਿਹੜੀਆਂ ਸਿਆਸੀ ਪਾਰਟੀਆਂ ਨੇ, ਅਸੀਂ ਅੱਜ ਵੀ ਦੇਖਦੇ ਹਾਂ ਜਦੋਂ ਸਰਪੰਚੀ ਹੋ ਕੇ ਹਟ ਜਾਂਦੀ ਹੈ, ਅਗਲੀ ਸਰਪੰਚੀ ਤੱਕ ਲਗਾਤਾਰ ਕਤਲ ਹੁੰਦੇ ਰਹਿੰਦੇ ਆ। ਫਲਾਨਾ ਉਹਦੇ ਖਿਲਾਫ ਖੜਾ ਹੋਇਆ ਸੀਗਾ, ਉਹਦਾ ਕਤਲ ਹੋ ਗਿਆ, ਇਹ ਸਰਪੰਚ ਦਾ ਮੁੰਡਾ ਸੀ, ਇਹ ਸਰਪੰਚ ਦਾ ਭਤੀਜਾ ਸੀ, ਉਹਦਾ ਮਰਡਰ ਹੋ ਗਿਆ। ਕੰਟੀਨਿਊਸ ਪੰਜਾਬ 'ਚ ਅੱਜ ਵੀ ਇਹ ਕਤਲ ਜਿਹੜੇ ਹੋ ਰਹੇ, ਮਾਝੇ ਵਾਲੀ ਸਾਈਡ 'ਤੇ ਜ਼ਿਆਦਾ ਹੋ ਰਹੇ ਆ, ਉਹ ਬਾਕੀ ਜਗ੍ਹਾ ਦੇ ਉੱਤੇ ਵੀ ਰਹੇ ਆ। ਜਦੋਂ ਸਿਆਸੀ ਪਾਰਟੀਆਂ ਨੇ ਸਰਪੰਚੀ ਦੀ ਜਿਹੜੀ ਸਿਆਸਤ ਆ ਉਹਦੇ ਵਿੱਚ ਉਲਝਾ ਕੇ ਰੱਖ ਦਿੱਤਾ ਸਾਰਿਆਂ ਨੇ, ਅਤੇ ਉਦੋਂ ਤੁਹਾਨੂੰ ਇਹ ਕਿਵੇਂ ਲੱਗ ਰਿਹਾ ਹੈ ਕਿ ਗ੍ਰਾਮ ਸਭਾ ਜਿਹੜੀ ਆ ਉਹ ਦੁਬਾਰਾ ਪ੍ਰਮੋਟ ਕੀਤੀ ਜਾ ਸਕਦੀ ਜਾਂ ਦੁਬਾਰਾ ਜਿਉਂਦੀ ਕੀਤੀ ਜਾ ਸਕਦੀ ਹੈ, ਜਦੋਂ ਕਿ ਲੋਕ ਜਿਹੜੇ ਉਹ ਫਟੇ ਪਏ ਆ ਪਾਰਟੀਆਂ ਦੇ ਆਧਾਰ ਦੇ ਉੱਤੇ? ਦੇਖੋ, ਇਹ ਗੱਲ ਤੁਹਾਡੀ ਬਿਲਕੁਲ ਪੱਕੀ ਹੈ ਕਿ
ਥੋੜ੍ਹਾ ਜਿਹਾ ਚਿਰ ਪਹਿਲਾਂ ਪਿੱਛੇ ਚਲੇ ਜਾਈਏ, 2 ਦਹਾਕੇ ਪਿੱਛੇ ਚਲੇ ਜਾਈਏ ਚਲੋ, ਤਾਂ ਸਰਪੰਚ ਪਿੰਡ ਦਾ ਹੁੰਦਾ ਸੀ ਵੀ ਆ ਇਸ ਪਿੰਡ ਦਾ ਸਰਪੰਚ ਹੈ, ਅਤੇ ਹੁਣ ਸਰਪੰਚ ਦੀ ਇੰਟਰੋਡਕਸ਼ਨ ਪਾਰਟੀ ਨਾਲ ਹੁੰਦੀ ਹੈ। ਆਹ ਜੀ ਫਲਾਣੇ ਪਿੰਡ ਦਾ ਅਕਾਲੀ ਸਰਪੰਚ ਹੈ, ਆਹ ਫਲਾਣੇ ਪਿੰਡ ਦਾ ਕਾਂਗਰਸੀ ਸਰਪੰਚ ਹੈ। ਤਾਂ ਇਹਨਾਂ ਨੇ ਸਰਪੰਚਾਂ ਨੂੰ ਵੀ ਪਾਰਟੀਆਂ ਦੇ ਬਣਾਤਾ, ਜਦ ਕਿ ਸਰਪੰਚ ਪਿੰਡ ਦਾ ਹੋਣਾ ਚਾਹੀਦਾ, ਮੋਤਬਰ ਬੰਦਾ ਪਿੰਡ ਦਾ, ਕੋਈ ਪਿੰਡ ਦੇ ਲੋਕਾਂ ਨੇ ਚੁਣਨਾ ਹੁੰਦਾ। ਹਾਂ, ਮੈਂ ਇਹ ਵੀ ਨਾਲ ਕਹਿਣਾ ਕਿ 360 ਵੋਟਾਂ ਦਾ ਰੌਲਾ 2 ਮਹੀਨੇ ਹੁੰਦਾ ਜੀ, ਆਖਰੀ 2 ਮਹੀਨੇ ਜ਼ਿਆਦਾ ਭਖਦਾ ਜਿਹੜਾ ਅਖਾੜਾ ਚੋਣ ਦਾ। ਤੁਸੀਂ 60 ਦਿਨ ਜਿਹੜੀ ਮਰਜ਼ੀ ਪਾਰਟੀ ਨਾਲ ਰਹਿ ਲਓ, ਸਰਪੰਚ ਦਾ ਹੱਕ ਹੈ, ਉਹਨੂੰ ਵੀ ਡੈਮੋਕ੍ਰੈਟਿਕ ਰਾਈਟ ਹੈ, ਪਰ ਘੱਟੋ ਘੱਟ 300 ਦਿਨ ਤਾਂ ਪਿੰਡ ਦੇ ਹੱਕ 'ਚ ਰਹੋ ਨਾ। ਤੁਸੀਂ ਹਰ ਰੋਜ਼ ਹੀ ਉਹਨਾਂ ਦੇ ਮਤਲਬ ਇੱਥੋਂ ਤੱਕ ਕਿ ਮੈਨੂੰ ਵੀ ਬਹੁਤ ਦਿੱਕਤਾਂ ਆਈਆਂ ਜਦੋਂ ਮੈਂ 14 'ਚ MP ਬਣਿਆ ਕਿ ਪੰਚਾਇਤਾਂ ਮਤੇ ਨਹੀਂ ਪਾਉਂਦੀਆਂ ਜੀ ਗ੍ਰਾਂਟ ਵਾਸਤੇ, ਭਗਵੰਤ ਮਾਨ ਦੇ ਪੈਸੇ ਨਹੀਂ ਲੱਗਣ ਦੇਣੇ ਜੀ। ਭਗਵੰਤ ਮਾਨ ਦੇ ਪੈਸੇ ਥੋੜ੍ਹੀ ਨੇ, ਉਹ ਲੋਕਾਂ ਦਾ ਟੈਕਸ ਦਾ ਪੈਸਾ MP ਲੈਟ ਰਾਹੀਂ ਗੌਰਮੈਂਟ ਵਾਪਸ ਦੇ ਰਹੀ ਹੈ। ਮੈਨੂੰ ਵੀ ਬਹੁਤ ਸਾਰੀਆਂ ਦਿੱਕਤਾਂ ਸਾਹਮਣਾ ਹੋਇਆ, ਫਿਰ ਸਾਨੂੰ ਗ੍ਰਾਮ ਸਭਾ ਦੀਆਂ ਤਾਕਤਾਂ ਦਾ ਪਤਾ ਲੱਗਿਆ। ਪਹਿਲਾਂ ਤੋਂ ਮੈਂ ਇਸ ਤਾਂ ਘਰਾਚੋਂ ਪਿੰਡ ਦੀ ਲਾਇਬ੍ਰੇਰੀ ਦਾ ਰੌਲਾ ਪਿਆ ਸੀ। ਮੈਂ ਹੁਣ ਫੇਰ ਅੱਜ ਤੁਹਾਡੇ ਤੇ ਮੈਂ ਕਹਿਣਾ ਕਿ ਗ੍ਰਾਮ ਸਭਾ ਦੀ ਤਾਕਤ ਬਹੁਤ ਵੱਡੀ ਹੈ, ਜਿਹੜੀ ਕਿ ਲੁਕੋ ਕੇ ਰੱਖੀ ਗਈ ਆਪਣਾ ਤੋਂ। ਗ੍ਰਾਮ ਸਭਾ ਜਿਹੜੀ ਹੈ ਉਹ ਆਪਦੇ ਪਿੰਡ ਸੰਬੰਧੀ ਕੋਈ ਵੀ ਫੈਸਲਾ ਲੈ ਸਕਦੀ ਹੈ। ਗ੍ਰਾਮ ਸਭਾ ਦਾ ਵਿਸ਼ੇਸ਼ ਇਜਲਾਸ ਜਦੋਂ ਮਰਜ਼ੀ ਸੱਦਿਆ ਜਾ ਸਕਦਾ ਹੈ, ਉਹਦੇ 'ਚ ਪੰਚਾਇਤ ਦੇ ਖਰਚਿਆਂ ਦਾ ਹਿਸਾਬ ਕਿਤਾਬ ਲਿਆ ਜਾ ਸਕਦਾ ਹੈ, ਸ਼ਾਮਲਾਟ ਜ਼ਮੀਨਾਂ ਦੇ ਠੇਕਿਆਂ ਦੀ ਗੱਲ ਕੀਤੀ ਜਾ ਸਕਦੀ ਹੈ, ਪਿੰਡ ਦੇ ਹੋਰ ਤਰੱਕੀ ਦੇ ਮਾਮਲਿਆਂ 'ਤੇ ਫੈਸਲੇ ਲਏ ਜਾ ਸਕਦੇ ਨੇ। ਪੰਚਾਇਤ ਦੇ ਜੇ ਕੋਈ ਪਿੰਡ ਲੱਗਦਾ ਕਿ ਪਿੰਡ ਦੇ ਉਲਟ ਫੈਸਲਾ ਹੈ, ਪੰਚਾਇਤ ਦੇ ਲਏ ਹੋਏ ਫੈਸਲਿਆਂ ਨੂੰ ਗ੍ਰਾਮ ਸਭਾ ਬਦਲ ਸਕਦੀ ਹੈ। ਤਾਂ ਐਡੀ ਵੱਡੀ ਤਾਕਤ ਹੈ, ਵਰਤਣੀ ਕਿਉਂ ਨਹੀਂ ਚਾਹੀਦੀ? ਵਰਤਣੀ ਚਾਹੀਦੀ ਹੈ। ਸੋ ਹੁਣ ਮੈਂ ਰਾਜਨੀਤੀ ਤੋਂ ਉੱਪਰ ਉੱਠ ਕੇ ਕਹਿਣਾ ਕਿ ਭਾਵੇਂ ਕਾਂਗਰਸ ਦੇ ਸਰਪੰਚ ਨੇ, ਭਾਵੇਂ ਅਕਾਲੀ ਦਲ ਦੇ ਸਰਪੰਚ ਨੇ, ਤੁਹਾਨੂੰ ਤੁਹਾਡੀਆਂ ਪਾਰਟੀਆਂ ਮੁਬਾਰਕ, ਨੋ ਪ੍ਰੋਬਲਮ, ਹਰੇਕ ਨੂੰ ਹੱਕ ਹੈ, ਪਰ ਘੱਟੋ ਘੱਟ ਪਿੰਡ ਨੂੰ ਬਚਾਉਣ ਵਾਸਤੇ ਤਾਂ ਗ੍ਰਾਮ ਸਭਾ ਬੁਲਾ ਕੇ ਇਹਦਾ ਹੁਣ ਤਾਂ ਚਲੋ ਕਾਂਗਰਸ ਵੀ ਵਿਰੋਧ ਕਰ ਰਹੀ ਹੈ ਇਸਦਾ ਬਿੱਲਾਂ ਦਾ, ਅਤੇ ਅਕਾਲੀ ਦਲ ਵੀ ਵਿਰੋਧ ਕਰ ਰਿਹਾ, ਘੱਟੋ ਘੱਟ ਉਹਨੂੰ ਸਰਪੰਚ ਤਾਂ ਘੱਟੋ ਘੱਟ ਇਹ ਜਿਹੜੇ ਮਤੇ ਪਾ ਦੇਣ, ਤਾਂ ਇਹ ਜਿਹੜੇ ਮਤੇ ਨੇ ਬਹੁਤ ਵੱਡਾ ਇੱਕ ਲੀਗਲ ਡਾਕੂਮੈਂਟ, ਕਾਨੂੰਨੀ ਦਸਤਾਵੇਜ਼। ਪਰ ਨਾਲ ਦੀ ਨਾਲ ਇਹ ਵੀ ਪ੍ਰਚਾਰਿਆ ਜਿਹੜਾ ਜੀ ਉਹਦਾ ਸ਼ੁਰੂ ਹੋ ਗਿਆ ਕਿ ਗ੍ਰਾਮ ਸਭਾ ਦਾ ਪਾਇਆ ਹੋਇਆ ਮਤਾ ਤਾਂ ਕੋਈ ਮਾਇਨੇ ਨਹੀਂ ਰੱਖਦਾ, ਕਿਉਂਕਿ ਇੱਕ ਵਾਰੀ ਕਿਸੇ ਨੇ ਇਹ ਪ੍ਰਚਾਰਤਾ ਜੀ ਇਹ ਕਾਨੂੰਨ ਰੱਦ ਕਰਵਾ ਦੂਗਾ। ਇਹਦੇ 'ਚ ਵੀ ਥੋੜੀ ਕਲੈਰੀਫਿਕੇਸ਼ਨ ਦੀ ਜਿਹੜੀ ਉਹ ਜ਼ਰੂਰਤ ਹੈ। ਨਹੀਂ, ਕਾਨੂੰਨ ਨੂੰ ਰੱਦ ਨਹੀਂ ਕਰ ਸਕਦਾ ਜਿਹੜਾ ਗ੍ਰਾਮ ਸਭਾ ਦਾ ਮਤਾ ਹੈ, ਪਰ ਉਹਨੂੰ ਰੋਕਣ 'ਚ ਸਹਾਈ ਹੋ ਸਕਦਾ, ਲਾਗੂ ਕਰਨ 'ਚ, ਅਮਲੀ ਰੂਪ 'ਚ ਲਾਗੂ ਕਰਨ 'ਚ। ਹੁਣ ਸੁਪਰੀਮ ਕੋਰਟ 'ਚ ਕੱਲ੍ਹ ਨੂੰ ਕੋਈ ਧਿਰ ਜਾਊਗੀ, ਕੋਈ ਜਥੇਬੰਦੀ ਜਾਊਗੀ, ਕਿਸਾਨ ਜਥੇਬੰਦੀ ਜਾਂ ਕੋਈ NGO ਜਾਊ ਕਿ ਜੀ ਇਹ ਜਿਹੜਾ ਕਾਨੂੰਨ ਹੈ ਇਹ ਲੋਕ ਵਿਰੋਧੀ ਹੈ, ਇਹਨੂੰ ਲਾਗੂ ਕਰਨ ਤੋਂ ਰੋਕਿਆ ਜਾਵੇ, ਤਾਂ ਸੁਪਰੀਮ ਕੋਰਟ ਪੁੱਛੋ ਜੀ ਦਸਤਾਵੇਜ਼ ਦਿਓ, ਡਾਕੂਮੈਂਟ ਦਿਓ, ਸਬੂਤ ਦਿਓ। ਤਾਂ ਤੁਸੀਂ ਜਦੋਂ ਗ੍ਰਾਮ ਸਭਾ ਦਾ ਮਤਾ ਰੱਖੋਗੇ ਨਾ, ਉਹਨੂੰ ਕੰਸੀਡਰ ਕਰਦੀ ਹੈ ਸੁਪਰੀਮ ਕੋਰਟ। ਔਰ ਮਤੇ ਦੇ ਵਿੱਚ ਇਹ ਵੀ ਲਿਖਿਆ ਹੋਇਆ ਕਿ ਅਸੀਂ ਇਸ ਸੰਬੰਧੀ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦੇ ਹਾਂ। ਇਹਦਾ ਮਤਲਬ ਜਿਹੜੇ ਧਰਨੇ ਚੱਲ ਰਹੇ ਨੇ, ਚਾਹੇ ਉਹ ਰੇਲਾਂ ਤੇ ਪਟੜੀਆਂ ਤੇ ਚੱਲ ਰਹੇ ਨੇ, ਚਾਹੇ ਉਹ ਜਿੱਥੇ ਮਰਜ਼ੀ ਚੱਲ ਰਹੇ ਨੇ, ਉਹ ਵੀ ਉਸ ਮਤੇ ਰਾਹੀਂ ਕਾਨੂੰਨੀ ਬਣਦੇ ਨੇ ਕਿ ਹਾਂਜੀ ਇਹਦਾ ਜਿਹੜਾ ਵਿਰੋਧ ਹੈ ਉਹਦਾ ਵੀ ਗ੍ਰਾਮ ਸਭਾ ਸਮਰਥਨ ਕਰਦੀ ਹੈ। ਇਹਦਾ ਮਤਲਬ ਉਹ ਵੀ ਲੀਗਲ ਨੇ ਸਾਡੇ ਮੁਤਾਬਕ, ਇਸ ਮਤੇ ਮੁਤਾਬਕ। ਤਾਂ ਇਹ ਬਹੁਤ ਵੱਡਾ ਕਾਨੂੰਨੀ ਦਸਤਾਵੇਜ਼ ਬਣਦਾ। ਕਾਂਗਰਸ ਦੂਜੇ ਪਾਸੇ ਮੁੱਖ ਮੰਤਰੀ ਹੋਰਾਂ ਨੇ ਜਿਹੜਾ ਸ਼ੁਰੂ ਕੀਤਾ ਦਸਤਖਤ ਮੁਹਿੰਮ, ਜਿਹੜੀ ਕਹਿੰਦੇ ਕਰੋੜ ਬੰਦੇ ਦੇ ਸਾਈਨ ਜਿਹੜੇ ਉਹ ਕਰਾਉਣੇ ਆ। ਫਿਰ ਇਹ ਕੀ ਇਹ ਸਿਆਸਤ ਹੈ ਕਿ ਇਹ ਕਿਉਂਕਿ ਤੁਸੀਂ ਸ਼ੁਰੂ ਕਰਤਾ ਇਸ ਕਰਕੇ ਉਸ ਪਾਸੇ ਨਹੀਂ? ਮੈਨੂੰ ਇਹ ਨਹੀਂ ਪਤਾ ਕਿ ਕੈਪਟਨ ਸਾਹਿਬ ਨੇ ਕਿਉਂ ਕਿਹਾ ਕਿ 2 ਕਰੋੜ ਬੰਦੇ ਦੇ ਸਾਈਨ ਕਰਾ ਲੈਣੇ ਆ। ਉਹੀ ਜੇ ਤੁਸੀਂ ਸਰਪੰਚਾਂ ਤੇ ਪੰਚਾਂ ਤੇ ਲੋਕਾਂ ਦੇ ਸਾਈਨ ਕਰਾ ਲਓ, ਮਤੇ ਤੇ ਵੀ ਤਾਂ ਸਾਈਨ ਹੁੰਦੇ ਨੇ ਨਾ, 7-8 ਪੇਜ ਭਰ ਜਾਂਦੇ ਨੇ, ਮਤਲਬ 2-2 ਹਜ਼ਾਰ ਬੰਦੇ ਦੇ ਸਾਈਨ ਹੁੰਦੇ ਆ ਉਸ ਮਤੇ ਤੇ, ਕਾਰਵਾਈ ਰਜਿਸਟਰ ਤੇ, ਉੱਥੇ ਸਾਈਨ ਕਰਾ ਲਓ, ਉਹ ਮੰਨਿਆ ਜਾਂਦਾ, ਉਹ ਕਾਨੂੰਨੀ ਦਸਤਾਵੇਜ਼ ਬਣਦਾ। ਹੁਣ ਸਾਈਨ ਕਰਾ ਕੇ 2 ਕਰੋੜ ਤੁਸੀਂ ਆਪਦੀ ਲੀਗਲ ਟੀਮ ਨੂੰ ਦੇ ਦੋਗੇ, ਉਹ ਜਿਨ੍ਹਾਂ ਨੇ ਹਜੇ ਤੱਕ ਕੋਈ ਕੇਸ ਹੀ ਨਹੀਂ ਜਿੱਤ ਕੇ ਦਿੱਤਾ, ਚਾਹੇ ਉਹ SYL ਵਾਲਾ, ਚਾਹੇ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਵਾਲਾ, ਚਾਹੇ ਬਰਗਾੜੀ ਵਾਲਾ, ਚਾਹੇ ਜਿਹੜਾ ਮਰਜ਼ੀ ਹੈ, ਮਤਲਬ ਉਹਨਾਂ ਨੇ ਕਦੇ ਕੇਸ ਜਿੱਤ ਕੇ ਦਿੱਤਾ ਹੀ ਨਹੀਂ। 30-35 ਵਕੀਲਾਂ ਦੀ ਇੱਕ ਫੌਜ ਰੱਖੀ ਹੋਈ ਹੈ, ਉਹ ਜਦੋਂ ਮਰਜ਼ੀ ਆਪਦੇ ਅਸਿਸਟੈਂਟਾਂ ਨੂੰ ਭੇਜ ਦਿੰਦੇ ਨੇ, ਕਈ ਜਗ੍ਹਾ ਤਾਂ ਪੇਸ਼ ਹੀ ਨਹੀਂ ਹੁੰਦੇ ਪੰਜਾਬ ਵੱਲੋਂ। ਸੋ ਉਹਨਾਂ ਤੋਂ ਕੀ ਉਮੀਦ ਕਰੋਗੇ ਕਿ ਤੁਸੀਂ ਉਹ 2 ਕਰੋੜ ਸਾਈਨ ਉਹਨਾਂ ਨੂੰ ਦੇ ਦੋਗੇ ਅਤੇ ਉਹ ਮੁੜ ਕੇ ਸਾਨੂੰ ਜਿੱਤ ਕੇ ਦੇ ਦੇਣਗੇ ਕੇਸ? ਸੋ ਇਹਦੇ ਵਾਸਤੇ ਤਾਂ ਸੁਹਿਰਦਤਾ ਦੀ ਲੋੜ ਹੈ, ਇਹਦੇ ਵਾਸਤੇ ਵਿਲ ਪਾਵਰ ਦੀ ਲੋੜ ਹੈ, ਪੰਜਾਬ ਪ੍ਰਤੀ ਵਫਾਦਾਰੀ ਦੀ ਲੋੜ ਹੈ। ਕੀ ਇਹਨੂੰ ਇਹ ਸਮਝਿਆ ਜਾਵੇ, ਕਿਉਂਕਿ ਅੱਜ ਜਿਹੜੀ ਕੋਈ ਵੀ ਸਿਆਸੀ ਪਾਰਟੀ ਹੈ ਉਹ ਕੋਈ ਵੀ ਬਿਆਨ ਦੇ ਰਹੇ, ਕੋਈ ਵੀ ਗੱਲ ਕਰ ਰਹੇ ਆ, ਉਹ 2022 ਨੂੰ ਸਾਹਮਣੇ ਰੱਖ ਕੇ ਜਿਹੜਾ ਉਹ ਕਰ ਰਹੇ ਆ। ਆਮ ਆਦਮੀ ਪਾਰਟੀ ਦਾ ਏਜੰਡਾ ਵੀ ਇਹ ਹੈ ਕਿ 2022 ਦੀਆਂ ਇਲੈਕਸ਼ਨਾਂ ਨੇ, ਉਦੋਂ ਪਹਿਲਾਂ ਪੰਚਾਇਤਾਂ ਨੂੰ ਇੱਕ ਕਿਸਮ ਨਾਲ ਆਪਣੇ ਹੱਕ 'ਚ ਕੀਤਾ ਜਾਵੇ। ਨਹੀਂ, ਇਹ 'ਚ ਪੰਚਾਇਤਾਂ ਨੂੰ ਮੈਂ ਕਿਹੜੇ ਜਾ ਕੇ ਕਹਿਣਾ ਕਿ ਉੱਥੇ ਲਿਖੋ ਭਗਵੰਤ ਮਾਨ ਜਿੰਦਾਬਾਦ, ਜਾਂ ਉੱਥੇ ਲਿਖੋ ਵੀ ਆਮ ਆਦਮੀ ਪਾਰਟੀ ਦੇ ਕਹਿਣ 'ਤੇ ਜਿਹੜਾ ਮਤਾ ਪਾਇਆ ਗਿਆ। ਮਤਾ ਤਾਂ ਪੰਚਾਇਤ ਨੇ ਆਪਣੇ ਪਿੰਡ ਵੱਲੋਂ ਪਾਉਣਾ ਹੈ, ਪਿੰਡ ਦੇ ਲੋਕਾਂ ਨੂੰ ਸੱਦ ਕੇ ਪਾਉਣਾ। ਮੈਂ ਤਾਂ ਸਿਰਫ ਜਾਣਕਾਰੀ ਦੇ ਰਿਹਾ।
ਤੇ ਨਾਲੇ ਜੇ ਕਿਸਾਨ ਹੀ ਨਾ ਰਿਹਾ, ਕਿਸਾਨੀ ਨਾਲ ਸਹਾਇਕ ਧੰਦੇ ਹੀ ਨਾ ਰਹੇ, ਤੇ 2022 ਕਾਹਦੇ ਵਾਸਤੇ ਫਿਰ ਤੁਸੀਂ ਰਾਜ ਕਿਤੇ ਕਰੋਗੇ ਜੇ ਲੋਕ ਹੀ ਨਾ ਰਹੇ? ਕਾਹਦਾ 2022? ਸੋ ਅਸੀਂ ਤਾਂ ਰਾਜਨੀਤੀ ਤੋਂ ਉੱਪਰ ਉੱਠ ਕੇ, ਮੈਂ ਤਾਂ ਚਾਹੇ ਜਿਹੜੇ ਮਰਜ਼ੀ ਪਿੰਡ 'ਚ ਮੈਨੂੰ ਬੁਲਾਉਣ ਨੂੰ ਤਿਆਰ ਨੇ, ਕੋਈ ਮੈਂ ਆ ਕੇ ਦੱਸ ਦਿੰਦਾ ਕਿ ਇਹਦਾ ਕੀ ਮਤਾ ਹੁੰਦਾ, ਪੰਚਾਇਤ ਸੈਕਟਰੀ ਨੂੰ ਕਿਵੇਂ ਲਿਖ ਕੇ ਦੇਣਾ, BDO ਨੂੰ ਕਿਵੇਂ ਲਿਖ ਕੇ ਦੇਣਾ, ਉਹਦਾ ਮਤਾ ਕੀ ਪਾਉਣਾ, ਤੇ ਜਿਹੜੀ ਸਰਪੰਚ ਦੀ ਜਾਂ ਪੰਚਾਇਤ ਦਾ ਲੈਟਰ ਪੈਡ ਹੈ ਉਹ 'ਤੇ ਮਤਾ ਪਾਉਣ ਦਾ ਕੋਈ ਫਾਇਦਾ ਨਹੀਂ, ਉਹਨੂੰ BDO ਵੀ ਰੱਦ ਕਰ ਸਕਦਾ। ਅਸੀਂ ਤਾਂ ਇਹਨਾਂ ਦੇ ਧਰਨਿਆਂ ਦੇ ਬਰਾਬਰ ਵੀ ਧਰਨਾ ਨਹੀਂ ਲਾ ਰਹੇ ਕੋਈ। ਜਿਹੜੀਆਂ ਕਿਸਾਨ ਜਥੇਬੰਦੀਆਂ 31 ਕਿਸਾਨ ਜਥੇਬੰਦੀਆਂ ਨੇ, ਉਹ ਜਿਹੜਾ ਪ੍ਰੋਗਰਾਮ ਦਿੰਦੀਆਂ ਨੇ, ਮੈਂ ਪ੍ਰਧਾਨ ਆ ਪਾਰਟੀ ਦਾ, ਮੈਂ ਸਾਰੇ ਆਪਣੇ MLAs ਨੂੰ, ਸਾਰੇ ਆਪਣੇ ਜਿੰਨੇ ਵਲੰਟੀਅਰ ਨੇ, ਮੈਂ ਉਹਨਾਂ ਨੂੰ ਇਹ ਕਿਹਾ, ਨਿਰਦੇਸ਼ ਦਿੱਤੇ ਕਿ ਬਰਾਬਰ ਪ੍ਰੋਗਰਾਮ ਨਹੀਂ ਰੱਖਣਾ। ਉਹਨਾਂ ਦੇ ਪ੍ਰੋਗਰਾਮ 'ਚ ਜਿੱਥੇ ਤੋਂ ਤੁਹਾਨੂੰ ਨੇੜੇ ਕੋਈ ਪ੍ਰੋਗਰਾਮ ਹੈ, ਬਿਨਾਂ ਕਿਸੇ ਪਾਰਟੀ ਦਾ ਝੰਡਾ ਨਹੀਂ ਲੈ ਕੇ ਜਾਣਾ, ਕਿ ਕੋਈ ਝਾੜੂ ਵਾਲਾ ਕੋਈ ਚੋਣ ਨਿਸ਼ਾਨ ਜਾਂ ਕੋਈ ਝੰਡਾ ਜਾਂ ਕੋਈ ਪੱਗ 'ਤੇ ਬੰਨ੍ਹਣ ਵਾਲਾ ਕੋਈ, ਜਾਂ ਕੋਈ ਮਫਲਰ ਪਾਇਆ, ਜਾ ਕੇ ਉਹਨਾਂ 'ਚ ਬਹਿ ਜਾਓ, ਕਿਸਾਨ ਜਾਂ ਕਿਸਾਨ ਦੇ ਪੁੱਤ ਬਣ ਕੇ ਜਾਓ ਉੱਥੇ, ਠੀਕ ਹੈ? ਕੋਈ ਭਾਸ਼ਣ ਦੇਣ ਦੀ ਲੋੜ ਨਹੀਂ ਉੱਥੇ। ਜਿੱਥੇ ਬੋਲਣਾ ਚਾਹੀਦਾ ਸੀ ਉੱਥੇ ਮੈਂ ਬੋਲਿਆ ਹਾਂ, ਮੈਨੂੰ ਜਿੱਥੇ ਉਹਨਾਂ ਨੇ ਬੋਲਣ ਵਾਸਤੇ ਭੇਜਿਆ ਪਾਰਲੀਮੈਂਟ 'ਚ। ਸੋ ਲੋਕਾਂ ਨੂੰ ਬੋਲ ਲੈਣ ਤੋਂ ਬੜੀ ਅੱਛੀ ਗੱਲ ਹੈ। ਮੈਂ ਤਾਂ ਕਹਿੰਦਾ, ਮੈਂ ਫੇਰ ਕਹਿੰਦਾ ਕਿ ਬੜਾ ਵਧੀਆ ਪੁਆਇੰਟ ਹੈ ਇਹ 31 ਜਥੇਬੰਦੀਆਂ ਦਾ, ਕਿ ਪੋਲੀਟੀਕਲ ਜਿਹੜੇ ਰਾਜਨੀਤਿਕ ਪਾਰਟੀਆਂ ਨੇ, ਉਹਨਾਂ ਦੇ ਜਿਹੜੇ ਲੀਡਰ ਨੇ, ਉਹਨਾਂ ਨੂੰ ਉੱਥੇ ਬੋਲਣ ਦਾ ਸਮਾਂ ਨਹੀਂ ਦਿੱਤਾ ਜਾਊਗਾ। ਮੈਂ ਇਸ ਫੈਸਲੇ ਦੀ ਜ਼ੋਰਦਾਰ ਸ਼ਬਦਾਂ 'ਚ ਇਹਦੀ ਹਮਾਇਤ ਕਰਦਾ। ਜਦੋਂ 2002 ਤੋਂ 7 ਤੱਕ ਸੀਗੀ ਕੈਪਟਨ ਸਾਹਿਬ ਦੀ ਸਰਕਾਰ, ਉਦੋਂ ਸੇਜ਼ ਚੱਲਦਾ ਹੁੰਦਾ ਸੀ, ਸਪੈਸ਼ਲ ਇਕਨੋਮਿਕ ਜ਼ੋਨ। ਉਦੋਂ ਜ਼ਮੀਨਾਂ ਬਹੁਤ ਸਾਰੀਆਂ ਲਈਆਂ ਗਈਆਂ, ਰਿਲਾਇੰਸ ਫਰੈਸ਼ ਦੂਜੇ ਤੀਜੇ ਉਦੋਂ ਹੀ ਆਏ ਨੇ। ਉਦੋਂ ਬਾਅਦ ਫਿਰ ਅਡਾਨੀ ਆ ਗਏ, ਜਿਹੜਾ ਡਗਰੂ ਬਣਿਆ, ਜਾਂ ਤੁਹਾਡੇ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਜਿਹੜਾ ਦੀ ਬਣੇ ਨੇ, ਛਾਜਲੀ ਬਣੇ ਨੇ। ਫਿਰ ਉਹ ਅਕਾਲੀ BJP ਸਰਕਾਰ ਦੇ ਟਾਈਮ ਆ ਗਏ। ਪਿਛਲੇ ਦਿਨਾਂ ਦੇ ਵਿੱਚ ਰੌਲਾ ਪਿਆ ਸੀ ਮੱਤੇਵਾੜਾ ਜੰਗਲ ਦਾ, ਕਿ ਉਹ ਵੀ ਜਿਹੜਾ ਜੀ, ਉਹ ਕਹਿੰਦੇ ਜੀ ਇਹ ਦੁਬਾਰਾ ਫਿਰ ਅਸੀਂ ਇੰਡਸਟਰੀ ਨੂੰ ਜ਼ਮੀਨਾਂ ਦੇਣੀਆਂ ਉਸ ਚੀਜ਼ ਦੇ ਵਾਸਤੇ। ਕੀ ਜਿਹੜੀ ਗ੍ਰਾਮ ਸਭਾ ਹੁਣ ਤੁਸੀਂ ਕਰ ਰਹੇ ਹੋ, ਇਹ ਕੁਛ ਇਹਨੂੰ ਵੀ ਰੋਕ ਸਕਦੀ ਹੈ ਕਿ ਇਹ ਜਿਹੜੀਆਂ ਜ਼ਮੀਨਾਂ ਲੈ ਕੇ ਇਹ ਕਾਰਪੋਰੇਟ ਅਦਾਰਿਆਂ ਨੂੰ ਦਿੱਤੀਆਂ ਜਾ ਰਹੀਆਂ ਨੇ, ਪ੍ਰਾਈਵੇਟ ਜਿਹੜੇ ਅਦਾਰੇ ਨੇ ਉਹਨਾਂ ਨੂੰ ਇੱਕ ਕਿਸਮ ਦਾ ਪਿੰਡਾਂ ਦੀ, ਕਿਉਂਕਿ ਇਹ ਚੀਜ਼ ਹੁਣ ਥੋੜ੍ਹੀ ਜਿਹੀ ਠੰਡੀ ਪਈ ਆ, ਕੁਛ ਮਹੀਨੇ ਪਹਿਲਾਂ ਤਾਂ ਬਹੁਤ ਜ਼ਿਆਦਾ ਉੱਭਰੀ ਸੀ ਇੱਕ ਵਾਰੀ, ਕਿ ਜਿਹੜੀਆਂ ਪੰਚਾਇਤਾਂ ਦੀਆਂ ਜ਼ਮੀਨਾਂ ਨੇ ਉਹ ਸਾਰੀਆਂ ਲੈ ਲਓ। ਕੀ ਗ੍ਰਾਮ ਸਭਾ ਦੇ ਵਿੱਚ ਜੇ ਮਤਾ ਪੈਂਦਾ, ਹੁਣ ਮਤੇ ਪੈ ਤਾਂ ਰਹੀ ਆ, ਇਹ ਵੀ ਨਾਲ ਇਨਕਲੂਡ ਪੈ ਕੇ ਕੋਈ ਇਹ ਮਦਦ ਹੋ ਸਕਦੀ? ਬਿਲਕੁਲ ਹੋ ਸਕਦੀ। ਮੈਂ ਇਹਦੀ ਐਗਜ਼ਾਮਪਲ ਦਿੰਦਾ ਤੁਹਾਨੂੰ। ਹੋਇਆ ਇਹ ਘਰਾਚੋਂ ਪਿੰਡ ਕੋਲੇ 150 ਕਿੱਲਾ ਜ਼ਮੀਨ ਹੈ ਪੰਚਾਇਤ ਕੋਲੇ, ਤੇ 70 ਤੋਂ 75 ਲੱਖ ਰੁਪਏ ਠੇਕਾ ਆਉਂਦਾ ਜੀ, 50,000 ਦਾ ਵੀ 55,000 ਦਾ ਵੀ ਜਿਹੜਾ ਚੱਲਦਾ ਠੇਕਾ। ਤਾਂ ਜਿਹੜਾ ਪ੍ਰਸ਼ਾਸਨ ਹੈ ਉਹ ਕਹਿ ਰਿਹਾ ਸੀਗਾ ਕਿ 20 ਕਿੱਲੇ ਤੁਸੀਂ ਮਤਾ ਪਾ ਕੇ ਸਾਨੂੰ ਦੇ ਦਿਓ, ਅਸੀਂ ਉੱਥੇ ਤੁਹਾਡੇ ਕੋਲ ਸਰਕਾਰੀ ਮੈਡੀਕਲ ਕਾਲਜ ਬਣਾਉਣਾ। ਉਹਨਾਂ ਨੇ ਮੇਰੇ ਕੋਲ ਪਹੁੰਚ ਕੀਤੀ, ਅਸੀਂ ਪੁੱਛਿਆ, ਕਹਿੰਦੇ ਹਾਂ ਜੀ ਸਰਕਾਰੀ ਮੈਡੀਕਲ ਕਾਲਜ। ਅਸੀਂ ਕਿਹਾ ਜੀ ਨਹੀਂ, ਸਾਨੂੰ ਸਾਰੇ ਉਹਦੇ ਡਾਕੂਮੈਂਟ ਦਿਓ, ਕੌਣ ਬਣਾਊਗਾ, ਕੌਣ ਕੰਪਨੀ ਹੈ, ਕਿੱਥੋਂ ਪ੍ਰੂਵ ਹੋਇਆ, ਦਿਖਾਓ ਸਾਨੂੰ ਸਰਕਾਰੀ ਮੈਡੀਕਲ ਕਾਲਜ। ਤਾਂ ਉਹਦੇ ਵਿੱਚ ਜਿਹੜਾ ਡਿਟੇਲ ਆਈ ਤਾਂ ਉਹ 'ਚ ਪਤਾ ਲੱਗਿਆ ਜੀ 70% ਤਾਂ ਉਹ 'ਚ ਪ੍ਰਾਈਵੇਟ ਪਾਰਟਨਰਸ਼ਿਪ ਹੈ, PPP ਕਹਿੰਦੇ ਨੇ, ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ। ਪਬਲਿਕ ਹੋ ਗਿਆ ਸਰਕਾਰੀ, ਪ੍ਰਾਈਵੇਟ ਹੋ ਗਿਆ ਜਿਹੜੇ ਕੰਪਨੀਆਂ, ਤੇ ਪਾਰਟਨਰਸ਼ਿਪ ਹੋ ਗਈ ਹਿੱਸੇਦਾਰੀ। 70% ਤਾਂ ਉਹ 'ਚ ਕਾਰਪੋਰੇਟ ਹੈ, ਤੇ ਜ਼ਮੀਨ ਅਸੀਂ ਫਰੀ ਦੇ ਦਈਏ ਪਿੰਡ ਦੀ। 20 ਕਿੱਲੇ ਝੋਟੇ ਦੇ ਸਿਰ ਵਰਗੇ, ਜਿਹੜੇ 150 ਮਣ ਦਾਣੇ ਪੈਦਾ ਕਰਨ ਵਾਲੇ, 1 ਕਿੱਲਾ 1 ਸਾਲ 'ਚ। ਉਹਨਾਂ ਨੂੰ ਕਿਹਾ ਇਹ ਗਿਆ ਵੀ ਸਰਕਾਰੀ ਆ ਰਹੇ, ਹਾਂ, ਤੇ ਉਹਨਾਂ ਨੇ ਮਤਾ ਨਹੀਂ ਪਾਇਆ। ਗ੍ਰਾਮ ਸਭਾ ਦੇ ਵਿੱਚ ਇਹ ਗੱਲ ਡਿਸਕਸ ਕਰ ਲਈ ਕਿ ਵੀ ਕੀ ਇਹ ਜ਼ਮੀਨ ਦੇਣੀ ਚਾਹੀਦੀ ਹੈ। ਜਿਹੜੇ ਜ਼ਮੀਨ ਦੇਣ ਦੇ ਹੱਕ 'ਚ ਨੇ ਉਹ ਹੱਥ ਖੜੇ ਕਰੋ, ਜਿਹੜੇ ਚਾਹੁੰਦੇ ਨੇ ਕਿ ਨਹੀਂ ਅਸੀਂ ਨਹੀਂ ਪ੍ਰਾਈਵੇਟ ਨੂੰ ਜ਼ਮੀਨ ਦੇਣੀ, ਜੇ 100% ਸਰਕਾਰੀ ਕਾਲਜ ਆ ਤਾਂ ਅਸੀਂ ਆਹ ਸ਼ਰਤਾਂ ਹੋਣਗੀਆਂ ਸਾਡੀਆਂ, ਵੀ ਸਾਡੇ ਪਿੰਡ ਦਾ ਕੋਟਾ ਵੀ ਰੱਖਿਆ ਜਾਊਗਾ ਉੱਥੇ ਸਟੂਡੈਂਟਾਂ ਵਾਸਤੇ ਵੀ, ਤੇ ਉੱਥੋਂ ਦੀਆਂ ਜਿਹੜੀਆਂ ਨੌਕਰੀਆਂ ਨੇ ਉਹਨਾਂ ਵਿੱਚ ਵੀ, ਤਾਂ ਅਸੀਂ ਸੋਚ ਸਕਦੇ ਹਾਂ। ਪਰ ਉਹ ਕਿਉਂਕਿ ਉਹ ਤਾਂ ਪ੍ਰਾਈਵੇਟ ਨੂੰ ਦੇਣਾ ਸੀ ਉਹਨਾਂ ਨੇ, ਇਸ ਕਰਕੇ ਲੋਕਾਂ ਨੇ ਕਹਿਤਾ ਵੀ ਨਹੀਂ ਅਸੀਂ ਇਹ ਜ਼ਮੀਨ ਨਹੀਂ ਦੇਣੀ। ਇਹ ਵੀ ਮਤਾ ਪੈ ਗਿਆ ਜੀ, ਜ਼ਮੀਨ ਬਚ ਗਈ ਜੀ। ਸੋ ਗ੍ਰਾਮ ਸਭਾ ਆਪਣੇ ਪਿੰਡ ਸੰਬੰਧੀ ਕੋਈ ਵੀ ਫੈਸਲਾ ਲੈ ਸਕਦੀ ਹੈ। ਤਾਂ ਉਹ ਮੱਤੇਵਾੜੇ ਵਾਲੀ ਜਿਹੜੀ ਕੋਈ ਗੱਲ ਕਰ, ਉਹਨਾਂ ਨੇ ਵੀ ਗ੍ਰਾਮ ਸਭਾ ਸੱਦੀ ਸੀ ਉਸ ਟਾਈਮ ਤੇ। ਗ੍ਰਾਮ ਸਭਾ ਨੂੰ ਕਰੋ ਚੈਲੰਜ, ਕਿੱਥੇ ਕਰੋਗੇ? ਸੋ ਇਹ ਲੋਕਾਂ ਕੋਲੇ ਬਹੁਤ ਵੱਡੀ ਸ਼ਕਤੀ ਹੈ, ਜੜ ਹੈ ਜੀ ਡੈਮੋਕ੍ਰੇਸੀ ਦੀ ਗ੍ਰਾਮ ਸਭਾ। ਸੋ ਜੜ ਹੀ ਨਹੀਂ ਚਾਹੁੰਦੀ ਕਿ ਮੈਂ ਆਹ ਫਲ ਲੱਗਣ ਨਹੀਂ ਦੇਣਾ, ਫਿਰ ਕਿਵੇਂ ਆਪਣੀ ਮਨਮਰਜ਼ੀ ਦੇ ਫਲ ਫਰੂਟ ਲਾ ਲੈਣਗੇ? ਇੱਕ ਸਵਾਲ ਜਿਹੜਾ ਵੱਡਾ ਇਸ ਵੇਲੇ ਉੱਠ ਰਿਹਾ ਕਿ ਅਰਵਿੰਦ ਕੇਜਰੀਵਾਲ ਹੋਰੀ ਇਸ ਸਾਰੇ ਮੁੱਦੇ ਦੇ ਉੱਤੇ ਚੁੱਪ ਨੇ, ਉਹ ਕਿਸਾਨਾਂ ਵਾਲੇ ਇਸ਼ੂ ਦੇ ਉੱਤੇ ਕੋਈ ਗੱਲ ਜਿਹੜੀ ਉਹ ਨਹੀਂ ਕਰ ਰਹੇ। ਇਹ ਵੱਡਾ ਸਵਾਲ ਉੱਠ ਰਿਹਾ, ਕੀ ਕਾਰਨ ਹੈ ਉਹ ਚੁੱਪ? ਦੇਖੋ ਜੀ, ਉਹਨਾਂ ਨੇ ਬੋਲਿਆ, ਉਹਨਾਂ ਨੇ ਟਵੀਟ ਕੀਤੇ ਨੇ, ਛਪੇ ਵੀ ਨੇ, ਅਖਬਾਰਾਂ 'ਚ ਵੀ ਆਇਆ। ਉਹਨਾਂ ਨੇ ਸਾਨੂੰ ਵੀ ਪਾਰਲੀਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਸਾਨੂੰ ਵੀ ਨਿਰਦੇਸ਼ ਦਿੱਤੇ ਨੇ ਕਿ ਇਹਨਾਂ ਬਿੱਲਾਂ ਦਾ ਡਟ ਕੇ ਵਿਰੋਧ ਕਰਨਾ, ਕੋਈ ਵਾਕਆਊਟ ਨਹੀਂ ਕਰਨਾ। ਸਾਰੀਆਂ ਪਾਰਟੀਆਂ ਦੇ MPs ਨੂੰ ਉਹਨਾਂ ਨੇ ਅਪੀਲ ਕੀਤੀ ਕਿ ਵਾਕਆਊਟ ਜਾਂ ਕੋਈ ਉਹ ਨਾ ਕਰਿਓ, ਤੁਸੀਂ ਡਟ ਕੇ ਵਿਰੋਧ ਕਰਨਾ ਹੈ। ਜੇ ਵੋਟਿੰਗ ਕਰਾਉਣਗੇ ਤਾਂ ਵੋਟ ਜਿਹੜੀ ਹੈ ਉਹ ਇਹਨਾਂ ਬਿੱਲਾਂ ਦੇ
ਵਿਰੁੱਧ ਪਾਉਣੀ ਹੈ। ਮੈਂ ਵਿਰੋਧ ਕੀਤਾ, ਪਰ ਹਾਂ ਨਾ ਵਾਲੀ ਜ਼ੁਬਾਨੀ ਵੋਟਿੰਗ ਹੋਈ, ਨਾ ਹੀ ਕਹਿ ਸਕਦੇ ਹਾਂ, ਪਰ ਉਹਨਾਂ ਨੇ ਤਾਂ ਸੁਣਨਾ ਹੀ ਹੁੰਦਾ ਨਹੀਂ। ਇਸੇ ਤਰ੍ਹਾਂ ਹਾਲਾਂਕਿ ਬਹੁਮਤ 'ਚ ਨਹੀਂ ਹੈਗੀ ਸਰਕਾਰ ਰਾਜ ਸਭਾ 'ਚ, ਉੱਥੇ ਵੀ ਸੰਜੇ ਸਿੰਘ ਹੋਰਾਂ ਨੇ ਜ਼ਬਰਦਸਤ ਵਿਰੋਧ ਕੀਤਾ। ਉਹਨਾਂ ਨੂੰ ਚੱਕ ਕੇ ਸਾਰੇ ਵਿਰੋਧੀ ਪਾਰਟੀਆਂ ਦੇ ਐਮਪੀਆਂ ਨੂੰ ਮਾਰਸ਼ਲਾਂ ਨੇ ਜਿਹੜਾ ਉਹ ਚੱਕ ਕੇ ਬਾਹਰ ਮਾਰਿਆ, ਤੇ ਜੋ ਇਸਕੇ ਪਕਸ਼ में हाँ कहें, जो इसके पक्ष में ना कहें, हाँ वालों की जीत हुई, हाँ वालों की जीत हुई, बस ਇੱਦਾਂ ਪਾਸ ਕਰ ਲਿਆ। ਸੋ ਅਸੀਂ ਉਹਨਾਂ ਦੇ ਨਿਰਦੇਸ਼ਾਂ 'ਤੇ ਚੱਲ ਰਹੇ ਹਾਂ, ਉਹਨਾਂ ਦੀ ਪਾਰਟੀ ਹੈ। ਇਹ ਕਿਵੇਂ ਹੋ ਸਕਦਾ ਕਿ ਅਸੀਂ ਕੋਈ ਪੰਜਾਬ ਦਾ ਯੂਨਿਟ ਅਲੱਗ ਬੋਲ ਰਹੇ ਹਾਂ ਅਤੇ ਉਹ ਨਹੀਂ ਬੋਲ ਰਹੇ? ਸੋ ਬੋਲ ਰਹੇ ਨੇ। ਹਾਂ, ਪਰਾਲੀ ਵਾਲਾ ਮੁੱਦਾ ਆਉਣਾ ਬਹੁਤ ਵੱਡਾ, ਉਹਦੇ ਵਿੱਚ ਇੱਕ ਜਿਹੜਾ ਘੋਲ ਤਿਆਰ ਕੀਤਾ ਇੱਕ ਰਸਾਇਣਕ ਕਿਸੇ ਕੰਪਨੀ ਨੇ, ਕਿ ਜੇ ਉਹਨੂੰ ਛਿੜਕਦੀ ਹੈ ਖੇਤ 'ਚ ਤਾਂ ਪਰਾਲੀ ਦੀ ਖਾਦ ਬਣ ਜਾਂਦੀ ਹੈ। ਉਹ 'ਤੇ ਤਜਰਬਾ ਕਰ ਰਹੇ ਨੇ। ਪੰਜਾਬ ਵਾਸਤੇ ਵੀ ਉਹ ਜਿਹੜੀ ਹੈ ਉਹ ਫ੍ਰੀ, ਜਿਹੜਾ ਚਾਹੇ ਜਿੰਨੇ ਮਰਜ਼ੀ 1000 ਲੀਟਰ ਲੈ ਕੇ ਆਉਣਾ ਪੈ ਜੇ, ਉਹ ਦੇਵਾਂਗੇ ਤਾਂ ਕਿ ਵਾਤਾਵਰਨ ਬਚ ਸਕੇ। ਸੋ ਉਹਨਾਂ ਦੀ ਨੈਸ਼ਨਲ ਕਨਵੀਨਰ ਨੇ, ਉਹਨਾਂ ਦੀ ਪਾਰਟੀ, ਉਹਨਾਂ ਦੇ MP ਅਸੀਂ, ਅਤੇ ਉਹਨਾਂ ਦੀ ਪਾਰਟੀ ਦੇ MLA ਸਾਰਾ ਦਿਨ ਜਿਹੜੇ ਨੇ ਲੋਕਾਂ ਦੇ ਸੰਘਰਸ਼ ਹੈਗੇ ਨੇ, ਤਾਂ ਇਹ ਕਿਵੇਂ ਹੋ ਸਕਦਾ ਕਿ ਉਹ ਨਾ ਬੋਲਣ ਜਾਂ ਉਹਨਾਂ ਦੀ ਰਜਾਮੰਦੀ ਤੋਂ ਬਿਨਾਂ ਬੋਲੀ? ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਪਹਿਲਾਂ ਪਾਰਲੀਮੈਂਟ ਤੋਂ ਬਾਹਰ ਨਹੀਂ ਸੀ ਆਉਂਦੀਆਂ ਹੁੰਦੀਆਂ, ਉਹ ਹੁਣ ਆਉਣ ਲੱਗੀਆਂ ਕਾਫੀ ਹੱਦ ਤੱਕ। ਸੁਖਬੀਰ ਸਿੰਘ ਬਾਦਲ ਹੋਰੀ ਨਹੀਂ ਗਏ, ਹਰਸਿਮਰਤ ਕੌਰ ਬਾਦਲ ਹੋਰੀ ਨਹੀਂ ਗਏ, ਇਹ ਤੁਹਾਡੀ ਵਜ੍ਹਾ ਨਾਲ ਆਉਣ ਲੱਗੀਆਂ। ਜਿਹੜੇ ਮੈਂਬਰ ਪਾਰਲੀਮੈਂਟ ਨੇ, ਚਾਹੇ ਉਹ BJP ਦੇ ਵੀ ਕਿਉਂ ਨਾ, ਹੁਣ ਬਹੁਤ ਸਾਰੇ ਉਹ ਕਿਸਾਨਾਂ ਦੇ ਨਾਲ ਰਿਲੇਟਡ ਨੇ, ਪਾਰਲੀਮੈਂਟ ਤੋਂ ਬਿਨਾਂ ਉਹ ਕਿਤੇ ਦਬਵੀਂ ਆਵਾਜ਼ ਦੇ ਵਿੱਚ ਜਾਂ ਕੰਨ ਦੇ ਵਿੱਚ ਕਿਤੇ ਕਹਿੰਦੇ ਆ ਕਿ ਗਲਤ ਹੋ ਗਿਆ? ਬਿਲਕੁਲ ਕਹਿੰਦੇ। 192 MP ਜਿਹੜੇ ਨੇ BJP ਦੇ, ਉਹਨਾਂ ਨੇ ਆਪਣਾ ਮੁੱਖ ਕਿੱਤਾ ਖੇਤੀਬਾੜੀ ਲਿਖਿਆ ਹੋਇਆ ਹੈ। ਤਾਂ ਫਿਰ ਉਹ ਕਿਵੇਂ ਹੋ ਸਕਦਾ ਕਿ ਉਹ ਆਪਦੀਆਂ ਜ਼ਮੀਨਾਂ ਜਿਹੜੀਆਂ ਨੇ ਉਹਨਾਂ ਨੂੰ ਦੇ ਦੇਣਗੇ? ਸੋ ਉਹ ਤਾਂ ਕਹਿੰਦੇ ਭਾਈ ਸਾਹਿਬ विरोध करो, हमारी तो चलती नहीं, हमें तो बोलने नहीं देते किसी मीटिंग में, हमारे तो ये कहा जाता है इस बिल को बस अपने समर्थन करना है, इस बिल का सपोर्ट करना है। ਹੁਣ ਤੁਸੀਂ ਦੇਖ ਲਓ, ਜਿਹੜੀ ਕਦੇ ਵੀ ਕੋਈ ਪੰਨੂ ਸਾਹਿਬ ਕੋਈ ਸਰਕਾਰ ਕਾਨੂੰਨ ਬਣਾਉਂਦੀ ਹੈ ਤਾਂ ਲੋਕ ਬਰਫੀਆਂ ਲੱਡੂ ਵੰਡਦੇ ਦੇਖੇ ਗਏ, ਬੜਾ ਵਧੀਆ ਕਾਨੂੰਨ ਬਣਾਤਾ। ਪਰ ਆਹ ਸਰਕਾਰ ਜਿਹੜੀ ਹੈ, ਇਹ ਜਦੋਂ ਵੀ ਕਾਨੂੰਨ ਬਣਾਉਂਦੀ ਹੈ, ਮਤਲਬ ਲੋਕ ਪੁਤਲੇ ਲੈ ਕੇ ਸੜਕਾਂ 'ਤੇ ਆ ਜਾਂਦੇ ਨੇ। ਕਿਸ ਦਿਨ ਦੇਸ਼ ਦੇ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕੀਤੇ ਵੱਡੇ, ਰੇਲਾਂ ਰੋਕੀਆਂ ਵੀ ਆ ਕਾਨੂੰਨ ਬਣਾਓ ਨਹੀਂ ਤਾਂ ਅਸੀਂ ਮਾਰੇ ਜਾਵਾਂਗੇ? ਕਿਸ ਦਿਨ ਦੇਸ਼ ਦੇ ਲੋਕਾਂ ਨੇ ਇਹ ਕਿਹਾ ਵੀ ਨੋਟਬੰਦੀ ਕਰ ਦਿਓ ਨਹੀਂ ਤਾਂ ਅਸੀਂ ਪੱਟੇ ਜਾਵਾਂਗੇ? ਕਿਸ ਦਿਨ ਰਾਜਾਂ ਨੇ ਹੜਤਾਲਾਂ ਕੀਤੀਆਂ ਕਿ GST ਲਿਆਓ ਜੀ ਨਹੀਂ ਤਾਂ ਅਸੀਂ ਪੱਟੇ ਜਾਵਾਂਗੇ? ਕਿਸ ਦਿਨ ਕਿਹਾ ਵੀ NRC ਲੈ ਆਓ ਜੀ, ਕਾਨੂੰਨ CAA ਕਾਨੂੰਨ ਲੈ ਕੇ ਆਓ ਨਹੀਂ ਤਾਂ ਸਾਨੂੰ ਤਾਂ ਪਤਾ ਹੀ ਨਹੀਂ ਅਸੀਂ ਕੌਣ, ਸਾਨੂੰ ਤਾਂ ਸਾਬਤ ਕਰੋ ਕਿ ਅਸੀਂ ਭਾਰਤੀ ਹਾਂ। ਕਦੇ ਕਿਸੇ ਨੇ ਪੁੱਛਿਆ ਜੀ? ਪਹਿਲਾਂ ਕਿਸੇ ਨੇ ਮੰਗ ਕੀਤੀ ਹੈ ਜੀ? ਨਾ। ਇਹ ਬਣਾਉਂਦੇ ਆ ਕਾਨੂੰਨ, ਕਾਨੂੰਨ ਬਣਾਉਣ ਤੋਂ ਬਾਅਦ ਇਹਨਾਂ ਨੂੰ ਰੈਲੀਆਂ ਕਰਨੀਆਂ ਪੈਂਦੀਆਂ ਨੇ ਵੀ ਆਏ ਆ। ਹੁਣ ਕਹਿੰਦੇ ਕਿਸਾਨਾਂ ਨੂੰ ਵੀ ਸਮਝਾਓ, ਕਿਸਾਨ ਮੋਰਚਾ ਕੱਢਿਆ ਇਹਨਾਂ ਨੇ ਹੁਣ BJP ਨੇ ਆਪਦਾ, ਉਹ ਚੰਡੀਗੜ੍ਹ ਦੇ 34 ਸੈਕਟਰ 'ਚ ਕਿਰਾਏ ਦੇ ਟਰੈਕਟਰ ਲੈ ਕੇ ਕਹਿੰਦੇ ਕਿਸਾਨਾਂ ਨਾਲ ਗੱਲ ਹੋ ਗਈ। 34 ਸੈਕਟਰ 'ਚ ਪਤਾ ਨਹੀਂ ਕਿੰਨੇ ਹੈਕਟੇਅਰ ਜਿਹੜੀ ਏਕੜ ਤੇ ਵੈਸੇ ਇਹ ਖੇਤੀ ਹੁੰਦੀ ਹੈ। ਹਾਂ, ਸਿਆਸੀ ਪਾਰਟੀਆਂ ਨੂੰ ਸ਼ਾਇਦ ਸਮਝ ਨਹੀਂ ਸੀ ਕਿ ਇਹ ਜਿਹੜੀ ਐਜੀਟੇਸ਼ਨ ਹੈ ਏਡੀ ਵੱਡੀ ਖੜੀ ਹੋ ਜਾਊਗੀ। ਇਹ ਕੀ ਜਿਹੜੀਆਂ ਤੁਸੀਂ ਗੱਲਾਂ ਗਿਣ ਰਹੇ ਹੋ, ਇਹ ਸਾਰਾ ਉਹ ਗੁੱਬ ਘਲਾਟ ਇਕੱਠਾ ਹੋ ਗਿਆ ਹੁਣ ਇੱਕਦਮ, ਜਿਹੜਾ ਉਹ ਬਾਹਰ ਆ ਰਿਹਾ ਜਵਾਰ ਭਾਟਾ ਵਾਂਗੂ? ਬਿਲਕੁਲ ਹੈ। ਕਿਸਾਨ ਵਿਰੋਧੀ ਤਾਂ ਬਿੱਲ ਹੈਗਾ ਹੀ ਹੈ। ਕਿਸਾਨ ਦੇ ਨਾਲ ਜਿਹੜਾ, ਚਾਹੇ ਉਹ ਸਪੇਅਰ ਪਾਰਟ ਵਾਲਾ, ਦਾਤੀਆਂ ਦੰਦਿਆਂ ਵਾਲਾ, ਚਾਹੇ ਉਹ ਕੋਈ ਛੋਟਾ ਮੋਟਾ ਖਰਾਦ ਵਾਲਾ, ਕੋਈ ਰੋਟਾਵੇਟਰ ਵਾਲਾ, ਕੋਈ ਬਣਾਉਂਦਾ ਮਸ਼ੀਨਾਂ ਛੋਟੀਆਂ ਮੋਟੀਆਂ ਜਿਹੜੇ ਖੇਤੀ ਨਾਲ ਸੰਦ ਨੇ, ਜਾਂ ਫਿਰ ਕੋਈ ਮਿਸਤਰੀ ਹੈ, ਕੋਈ ਟਰੈਕਟਰਾਂ ਦਾ, ਕੋਈ ਪੈਂਚਰਾਂ ਵਾਲਾ, ਸਭ ਜੁੜੇ ਹੋਏ ਨੇ ਨਾਲ। ਪੱਲੇਦਾਰ, ਟਰਾਂਸਪੋਰਟਰ, ਆੜਤੀ, ਉਹਨਾਂ ਦੇ ਮਨੀਮ, ਸਭ ਜੁੜੇ ਹੋਏ ਨੇ ਨਾਲ। ਇੱਕ ਤਾਂ ਇਹ ਗੁੱਸਾ ਹੈ ਕਿ ਸਾਰੇ ਮਾਰੇ ਜਾਵਾਂਗੇ। ਨੋਟਬੰਦੀ ਵਾਲਾ ਵੀ ਗੁੱਸਾ ਵਿੱਚ ਹੀ ਆ ਗਿਆ ਹੁਣ, ਵੀ ਉਦੋਂ ਇਹਨਾਂ ਨੇ ਸਾਨੂੰ ਲਾਈਨ 'ਚ ਖੜਾਇਆ ਸੀ, ਜੀ ਤੇਲ ਦੇ ਜਿਹੜੇ ਡੀਜ਼ਲ ਤੇ ਪੈਟਰੋਲ ਦਾ ਰੋਜ਼ 75 ਪੈਸੇ 60 ਪੈਸੇ, ਹੁਣ ਤਾਂ ਖਬਰ ਇਹ ਆਉਂਦੀ ਹੈ ਕਿ 3 ਦਿਨ ਤੋਂ ਨਹੀਂ ਵਧਿਆ। ਕਿੰਨੀ ਖੁਸ਼ੀ ਦੀ ਗੱਲ ਹੈ, ਠੀਕ ਹੈ ਜੀ। ਸੋ ਜਿਹੜਾ ਹਰ ਰੋਜ਼ ਤੇਲ ਦੇ ਰੇਟ ਚੱਕ ਕੇ 100 ਰੁਪਏ ਦੇ ਨੇੜੇ ਤੇੜੇ ਜਿਹੜੇ ਨੇ ਪੈਟਰੋਲ ਤੇ ਡੀਜ਼ਲ ਦੇ ਭਾਅ ਕਰਤੇ, ਉਹ ਵੀ ਗੁੱਸਾ ਕਿਤੇ ਨਾ ਕਿਤੇ ਵਿੱਚ ਹੀ ਹੈ। ਸੋ ਹੁਣ ਤਾਂ ਹਰੇਕ ਬੰਦਾ ਇਹ ਕੱਢ ਰਿਹਾ ਪੜਾਸ ਕਿ ਭਾਈ ਤੁਸੀਂ ਗਲਤ ਕੀਤਾ, ਤੁਸੀਂ ਦੇਸ਼ ਨਾਲ ਧੋਖਾ ਕਰ ਰਹੇ ਹੋ, ਤੁਸੀਂ ਸਵਾਮੀਨਾਥਨ ਦੀਆਂ ਰਿਪੋਰਟਾਂ ਦਾ ਵਾਅਦਾ ਕਰਕੇ ਤੁਸੀਂ ਸ਼ਾਂਤਾ ਕੁਮਾਰ ਦੀਆਂ ਰਿਪੋਰਟਾਂ ਲਾਗੂ ਕਰੀ ਜਾਂਦੇ ਹੋ। ਅਤੇ ਇਹ ਤਾਂ ਸ਼ਰੇਆਮ ਮਤਲਬ ਤਾਨਾਸ਼ਾਹੀ ਤਰੀਕੇ ਨਾਲ। ਐਡੀ ਕੀ ਲੋੜ ਪੈ ਗਈ ਸੀ ਕਰੋਨਾ ਦੇ ਵਿੱਚ? ਐਡੀ ਕਿਹੜੀ ਐਮਰਜੈਂਸੀ ਆ ਗਈ ਸੀ, ਐਗਰੀਰੀਅਨ ਐਮਰਜੈਂਸੀ, ਕਿ ਇਹੋ ਜਿਹੇ ਬਿੱਲ ਲੈ ਕੇ ਆਉਣੇ ਪਏ? ਕਿਉਂਕਿ ਅਗਲੀ ਫਸਲ ਤੋਂ ਪਹਿਲਾਂ ਬਿੱਲ ਪਾਸ ਕਰਾਉਣੇ ਸੀਗੇ। ਲਾਸਟ ਦੇ ਵਿੱਚ ਜਿਹੜੇ ਮੁਲਕ ਦੇ ਵਿੱਚ ਲੋਕ ਨੇ, ਉਹ ਤਕਰੀਬਨ ਇਹ ਚੱਲ ਪਿਆ ਸੀ ਕਿ ਬੋਲ ਨਹੀਂ ਰਹੇ, ਦਬਾ ਦਿੱਤੇ ਗਏ। ਇੰਟਲੈਕਚੁਅਲ ਜਿਹੜੇ ਲੋਕ ਸੀ ਉਹਨਾਂ ਨੂੰ ਫੜ ਕੇ ਅੰਦਰ ਜਿਹੜਾ ਜੀ ਉਹ ਦੇ ਦਿੱਤਾ। ਤੁਹਾਨੂੰ ਕਿਤੇ ਇਹ ਲੱਗਦਾ ਹੈ ਕਿ ਜਿਹੜਾ ਪੰਜਾਬ ਦੇ ਵਿੱਚੋਂ ਸ਼ੁਰੂ ਹੋਈ ਇਹ ਐਜੀਟੇਸ਼ਨ ਜਿਹੜੀ ਹੈ ਉਹ ਮੁਲਕ ਦੇ ਵਿੱਚ
ਫੈਲ ਸਕਦੀ ਹੈ, ਜਿਵੇਂ 1977 ਦੇ ਵਿੱਚ ਐਮਰਜੈਂਸੀ ਦੇ ਖਿਲਾਫ ਜਿਹੜੀ ਲੜਾਈ ਸੀ ਉਹ ਖੜੀ ਹੋਈ ਸੀ, ਉਹਦੇ 'ਚ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਸੀਗਾ। ਕਿਉਂਕਿ ਇਹਦੇ ਵਿੱਚੋਂ ਅਜੇ ਵੀ ਜਿਹੜਾ ਜੇ ਦੇਖਿਆ ਜਾਵੇ ਤਾਂ ਕੋਈ ਜਿਹੜਾ ਕਿਸਾਨ ਆਗੂ ਨਹੀਂ ਉੱਭਰ ਰਿਹਾ, ਕਿਸਾਨ ਉੱਭਰੇ ਜੀ। ਮਜ਼ਦੂਰ ਆਗੂ ਨਹੀਂ ਉੱਭਰ ਰਿਹਾ, ਮਜ਼ਦੂਰ ਉੱਭਰ ਗਏ ਇਹਦੇ ਵਿੱਚੋਂ। ਉਹਨਾਂ ਦੀਆਂ ਜਿਹੜੀਆਂ ਮੰਗਾਂ ਸੀ ਉਹ ਬਹੁਤ ਉੱਭਰ ਗਈਆਂ। ਤੁਹਾਨੂੰ ਕਿਤੇ ਨਾ ਕਿਤੇ ਲੱਗਦਾ ਹੈ ਕਿ ਇਹ ਐਜੀਟੇਸ਼ਨ ਜਿਹੜੀ ਆ ਉਹ ਮੁਲਕ ਪੱਧਰ ਦੇ ਉੱਤੇ ਫੈਲ ਸਕਦੀ ਹੈ? ਬਿਲਕੁਲ ਜੀ, ਤੁਸੀਂ ਤਾਂ 77 ਦੀ ਗੱਲ ਕਰਦੇ ਹੋ। ਜਦੋਂ ਜਿਹੜਾ ਹਿਸਟਰੀ 'ਚ ਪੜ੍ਹਦੇ ਹਾਂ ਆਪਾਂ, 1857 ਦਾ ਗਦਰ, ਆਜ਼ਾਦੀ ਦੀ ਲਹਿਰ ਸਾਰੀ ਪੰਜਾਬ ਤੋਂ ਉੱਠੀ ਹੈ। ਪੰਜਾਬ ਹਮੇਸ਼ਾ ਇਨਕਲਾਬੀ ਜਿਹੜੀਆਂ ਲਹਿਰਾਂ ਨੇ ਉਹਦਾ ਮੋਢੀ ਰਿਹਾ। ਸੋ ਇੱਥੋਂ ਉੱਠੀਆਂ ਨੇ ਲਹਿਰਾਂ। ਤੇ ਇਹ ਤਾਂ ਦੇਖੋ, ਬੰਗਾਲ ਤੇ ਯੂਪੀ ਵਗੈਰਾ ਦਾ ਰਾਜ ਤਾਂ ਮਿਲ ਹੀ ਗਿਆ ਸੀ ਇਹਨਾਂ ਨੂੰ। ਕਾਂਗਰਸ ਤਾਂ ਉਹਨਾਂ ਨਾਲ ਮਿਲ ਕੇ ਰਾਜ ਕਰਨ ਨੂੰ ਤਿਆਰ ਹੋ ਹੀ ਗਈ ਸੀ ਅੰਗਰੇਜ਼ਾਂ ਨਾਲ। ਪੂਰਨ ਸਵਰਾਜ ਦਾ ਨਾਅਰਾ ਜਦੋਂ ਆਇਆ, ਉਦੋਂ ਬਾਅਦ ਉਹਨਾਂ ਨੇ ਆਜ਼ਾਦੀ ਦੀਆਂ ਮੰਗਾਂ ਕੀਤੀਆਂ। ਨਹੀਂ ਤਾਂ ਕਹਿੰਦੇ ਚਲੋ ਇੰਨਾ ਕੁ ਤੁਹਾਡਾ, ਇੰਨਾ ਕੁ ਸਾਡਾ, ਵੰਡ ਲਿਆ ਸੀਗਾ। ਸੋ ਪੰਜਾਬ ਜਿਹੜਾ ਉਹ ਕ੍ਰਾਂਤੀ ਵਾਸਤੇ ਮੰਨਿਆ ਹੋਇਆ। ਨਵੇਂ ਇਨਕਲਾਬ ਨੂੰ ਜਿਹੜਾ ਛੇਤੀ ਅਡੋਪਟ ਕਰਦੇ ਆ ਪੰਜਾਬੀ ਬਾਗੀ ਤਬੀਅਤ ਦੇ ਲੋਕ ਨੇ ਪੰਜਾਬ ਦੇ ਜਿਹੜੇ ਨੇ। ਸਾਨੂੰ ਸਾਡੇ ਬਜ਼ੁਰਗਾਂ ਨੂੰ ਧਾੜਵੀਆਂ ਨਾਲ 2-2 ਵਾਰੀ ਲੜਨਾ ਪੈਂਦਾ ਸੀ। ਇੱਕ ਵਾਰੀ ਜਦੋਂ ਦਿੱਲੀ ਲੁੱਟਣ ਜਾਂਦੇ ਸੀ, ਇੱਕ ਵਾਰੀ ਲੁੱਟ ਕੇ ਜਦੋਂ ਵਾਪਸ ਜਾਂਦੇ ਸੀ। ਸੋ ਅਸੀਂ ਤਾਂ ਮੁਹਿੰਮਾਂ 'ਚੋਂ ਨਿਕਲੇ ਹੋਏ ਹਾਂ। ਅਤੇ ਇਹਨਾਂ ਨੂੰ ਲੱਗਦਾ ਹੋਊਗਾ ਸ਼ਾਇਦ ਅਸੀਂ ਇੱਦਾਂ ਹੀ 370 ਵਾਲੇ ਦੱਬ ਲਏ, ਜਾਂ ਹਾਥਰਸ ਦੇ ਵਿੱਚ ਜੋ ਜਿਵੇਂ ਉਹ ਦਲਿਤ ਪਰਿਵਾਰ ਨਾਲ ਹੋਇਆ, ਜੋ ਉੱਥੇ ਕਿਸੇ ਨੂੰ ਜਾਣ ਨਹੀਂ ਦਿੰਦੇ। 3 ਵਜੇ ਰਾਤ ਨੂੰ ਜਿਹੜਾ ਉਹ ਕੁੜੀ ਦਾ ਸੰਸਕਾਰ ਧੱਕੇ ਨਾਲ ਪੁਲਿਸ ਕਰ ਦਿੰਦੀ ਹੈ, ਅਤੇ ਉੱਥੇ ਕਿਸੇ ਲੀਡਰ ਨੂੰ ਨਹੀਂ ਜਾਣ ਦਿੰਦੇ। ਮਤਲਬ ਇਹਨਾਂ ਨੂੰ ਇਹ ਲੱਗਦਾ ਸ਼ਾਇਦ ਅਸੀਂ ਐਂ ਡਾਂਗਾਂ ਨਾਲ ਦੱਬ ਲੈਂਦੇ ਹਾਂ। ਇਹ ਤਾਂ 6 ਸਾਲ ਹਜੇ ਰਾਜ ਕਰਦਿਆਂ ਨੂੰ ਹੋਏ ਨੇ, ਅਤੇ ਭਗਤ ਸਿੰਘ ਹੋਰਾਂ ਨੇ ਤਾਂ 200 ਸਾਲ ਵਾਲੇ ਰਾਜ ਨਾਲ ਪੰਗਾ ਲਿਆ ਸੀ। ਉਹ ਵੀ ਬਹਿ ਜਾਂਦੇ ਫਿਰ, ਜਦ ਨਹੀਂ ਇਹ ਤਾਂ ਜ਼ਿਆਦਾ ਨੇ ਯਾਰ, ਕਾਨੂੰਨ ਵੀ ਇਹਨਾਂ ਦੇ ਨੇ, ਵੋਟਾਂ ਇਹ ਪਵਾਉਂਦੇ ਨਹੀਂ। ਹੁਣ ਤਾਂ ਹਜੇ ਵੋਟਾਂ ਪੈਂਦੀਆਂ ਨੇ ਨਾ। ਸੋ ਇਸ ਕਰਕੇ ਇਹ ਮਤ ਸੋਚਣ ਇਹ BJP ਵਾਲੇ। ਮੈਂ ਪਾਰਲੀਮੈਂਟ 'ਚ ਵੀ ਗੱਲ ਕਹੀ ਸੀ ਕਿ ਤੁਹਾਡੇ ਨਾਲ ਜਿਹੜੀ ਹੋਣੀ ਹੈ ਨਾ, ਉਹ ਸਿਕੰਦਰ ਵਾਲੀ ਹੋਣੀ ਹੈ। ਸਿਕੰਦਰ 17.5 ਸਾਲ ਦੀ ਉਮਰ 'ਚ ਜਿੱਤਣ ਲੱਗ ਗਿਆ ਸੀ। ਉਹ ਇੱਕ ਰਾਜੇ ਨੂੰ ਜਿੱਤ ਕੇ ਕਹਿੰਦੇ ਸੀ ਅਗਲਾ ਵੀ ਜਿੱਤ ਲੈਂਦੇ ਹਾਂ। ਉਦੋਂ ਅਗਲੇ ਰਾਜੇ ਨੂੰ ਜਿੱਤ ਕੇ ਕਹਿੰਦੇ ਸੀ ਉਦੋਂ ਅਗਲਾ ਵੀ ਜਿੱਤ ਲੈਂਦੇ ਹਾਂ। ਉਹ ਵਾਪਸ ਮੁੜਨਾ ਭੁੱਲ ਗਿਆ ਸੀਗਾ ਜੀ। ਅਤੇ ਜਦੋਂ ਤੱਕ ਵਾਪਸ ਮੁੜਨ ਬਾਰੇ ਸੋਚਿਆ, ਉਹਨੇ ਚਿਰ 'ਚ ਫਿਰ ਉਹ ਜਿਹੜੇ ਪਿੱਛੇ ਸੀਗੇ ਉਹ ਤਕੜੇ ਹੋ ਕੇ ਅਤੇ ਉਹਨਾਂ ਨੇ ਘੇਰ ਲਿਆ, ਕਹਿੰਦੇ ਆ ਜਾ ਫਿਰ ਕਿੱਧਰ ਜਾਏਗਾ। ਸੋ ਇਹ ਥੋੜ੍ਹਾ ਜਿਹਾ ਮੇਰੇ ਖਿਆਲ 'ਚ ਚੜ੍ਹੀ ਹੋਈ ਹੈ ਸੱਤਾ ਜਿਹੜੀ ਸਿਰ ਨੂੰ। ਇਹ 10 ਸਾਲ ਤਾਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਰਿਹਾ ਫਿਰ। ਕਦੇ ਉਹਦੇ ਵਰਤੇ ਇੱਦਾਂ ਦੀ ਕੋਈ ਤਾਨਾਸ਼ਾਹੀ ਜਾਂ ਕੋਈ ਇੱਦਾਂ ਦੇ ਕੋਈ ਫੈਸਲੇ ਸੁਣੇ ਨਹੀਂ ਸੀ। ਠੀਕ ਹੈ ਨਾ। ਇਹ ਤਾਂ ਬਸ ਜੋ ਕਹਿਤਾ ਕਹਿੰਦੇ ਕਾਨੂੰਨ ਹੈ, ਬਸ ਜੋ ਉਹਨੂੰ ਸੁਪਨਾ ਵੀ ਆ ਗਿਆ ਕਹਿੰਦੇ ਕਾਨੂੰਨ ਹੈ ਬਸ ਇਹ। ਠੀਕ ਹੈ ਨਾ। ਸੋ ਸ਼ਹਿਰਾਂ ਦੇ ਨਾਮ ਬਦਲਣ ਨਾਲ ਜਾਂ ਸਟੇਸ਼ਨਾਂ ਦੇ ਨਾਮ ਬਦਲਣ ਨਾਲ ਕੁਛ ਨਹੀਂ ਹੋਣਾ। ਲੋਕਾਂ ਦੀ ਕਿਸਮਤ ਬਦਲੂਗੀ ਤੁਹਾਡਾ ਕੰਮ ਕਰਨ ਦਾ ਢੰਗ ਬਦਲਣ ਨਾਲ। ਵਿਰੋਧੀ ਪਾਰਟੀ ਵੱਲੋਂ ਮੈਂ ਭਾਵੇਂ ਇਕੱਲਾ ਹੀ ਹਾਂ ਲੋਕ ਸਭਾ 'ਚ ਆਮ ਆਦਮੀ ਪਾਰਟੀ ਵੱਲੋਂ, ਪਰ ਮੈਂ ਬੋਲਦਾ, ਮੈਂ ਕਦੇ ਵੀ ਕੋਈ ਇਹ ਸਪੇਅਰ ਨਹੀਂ ਕਰਦਾ ਕਿ ਨਹੀਂ ਇਹਦਾ ਨਾਮ ਨਾ ਲਓ, ਇਹਦਾ ਨਾਮ ਲੈ ਦਿਓ, ਇਹਨੂੰ ਛੱਡ ਦਿਓ, ਇਹਨੂੰ ਬਖਸ਼ ਦਿਓ। ਮੈਂ ਤਾਂ ਜੋ ਗਲਤ ਹੈ ਕਾਂਗਰਸ ਨੂੰ ਮੈਂ ਕਹਿੰਦਾ ਕਿ ਤੁਸੀਂ ਵੀ ਬਿੱਲਾਂ ਦੇ ਵਿੱਚ ਉਨੇ ਹੀ ਜ਼ਿੰਮੇਦਾਰ ਹੋ, ਅਤੇ ਤੁਸੀਂ ਵੀ ਜਿਹੜੇ ਆਲ ਪਾਰਟੀ ਮੀਟਿੰਗ ਦੇ ਜਿਹੜੇ ਏਜੰਡੇ ਉਹ ਲਾਗੂ ਨਹੀਂ ਕੀਤੇ। ਜਿਹੜਾ 28 ਅਗਸਤ ਨੂੰ ਵਿਧਾਨ ਸਭਾ 'ਚ ਮਤਾ ਤੁਸੀਂ ਵਿਰੋਧ ਦੇ ਵਿੱਚ ਪਾਸ ਕੀਤਾ, ਉਹਨੂੰ ਸੈਂਟਰ 'ਚ ਕਿਉਂ ਨਹੀਂ ਭੇਜਿਆ, ਚੰਡੀਗੜ੍ਹ ਦੀਆਂ ਫਾਈਲਾਂ 'ਚ ਹੀ ਰੱਖ ਲਿਆ। ਉਹ ਵੀ ਜ਼ਿੰਮੇਦਾਰ ਨੇ। ਸੋ ਇੱਕ ਪਹਿਲੀ ਵਾਰ ਨਹੀਂ ਹੋਇਆ ਪੰਨੂ ਸਾਹਿਬ ਕਿ ਇਹ ਦੋਨੇ ਪਾਰਟੀਆਂ ਅੰਦਰੋਂ ਹੱਕ 'ਚ ਬਾਹਰ ਆ ਕੇ ਜਿਹੜਾ ਉਹਦਾ ਵਿਰੋਧ ਕਰ ਦੇਣ। SYL ਵੇਲੇ ਵੀ ਤਾਂ ਇਹੀ ਹੋਇਆ ਸੀਗਾ। ਪ੍ਰਕਾਸ਼ ਸਿੰਘ ਬਾਦਲ ਨੇ ਸਰਵੇ ਦੀ ਪਰਮਿਸ਼ਨ ਦਿੱਤੀ, ਚਾਂਦੀ ਦੀ ਕਹੀ ਲੈ ਕੇ ਕਪੂਰੀ 'ਚ ਜਿਹੜੀ ਨਹਿਰ ਦੀ ਖੁਦਾਈ ਕਰਨ ਦੀ ਉਦਘਾਟਨ ਜਿਹੜਾ ਕੈਪਟਨ ਅਮਰਿੰਦਰ ਨੇ ਕਰਾਇਆ, ਅਤੇ ਬਾਹਰ ਆ ਕੇ ਦੋਨੇ ਹੀ ਪਾਣੀਆਂ ਦੇ ਰਖਵਾਲੇ, ਕੁਰਬਾਨੀਆਂ ਦੇ ਦਾਂਗੇ। ਬਿਲਕੁਲ ਇਸੇ ਤਰ੍ਹਾਂ ਅੰਦਰੋਂ ਤਾਂ ਸਾਈਨ ਕਰਿਆ ਕਿ ਕਿਸਾਨਾਂ ਦੇ ਹੱਕ 'ਚ, ਕਿ ਇਹ ਬਿੱਲਾਂ ਦੇ ਹੱਕ 'ਚ, ਅੰਦਰ ਇੱਧਰ ਆ ਕੇ ਕਹਿੰਦੇ ਨਾ ਜੀ ਤਾਂ ਬਹੁਤ ਵਿਰੋਧੀ ਨੇ, ਅਸੀਂ ਕਿਸਾਨ ਆ। ਹੁਣ ਹਰੇਕ ਹੀ ਕਿਸਾਨ ਬਣਿਆ ਫਿਰ ਤਾਂ ਕੈਪਟਨ ਵੀ ਦੱਸਦਾ ਕਣਕ ਕਿੱਡੀ ਹੁੰਦੀ ਸੀ ਹੈ ਜੀ। ਅਤੇ ਉਹ ਕਲਾਕਾਰ ਵੀ ਦੱਸਦੇ ਨੇ, ਕਹਿੰਦੇ ਪਤਾ ਨਹੀਂ ਮੱਕੀ ਦੇ ਦਾਣੇ ਚੱਕ ਕੇ ਕਹਿੰਦਾ ਇਹ ਬਾਜਰਾ ਹੈ। ਸੋ ਜਿਹਨੂੰ ਮੱਕੀ ਬਾਜਰੇ ਦਾ ਨਹੀਂ ਪਤਾ ਉਹ ਕਹਿੰਦੇ ਅਸੀਂ ਵੀ ਕਿਸਾਨ ਆ ਹੁਣ ਹੈ ਜੀ। ਸਨੀ ਦਿਓਲ ਕਹਿੰਦਾ ਮੈਂ ਵੀ ਕਿਸਾਨ ਹਾਂ। ਸੋ ਇਹ ਠੀਕ ਹੈ ਤੁਹਾਡੀ ਪਾਰਟੀ 'ਚੋਂ ਤੁਹਾਡਾ, ਪਰ ਘੱਟੋ ਘੱਟ ਤੁਸੀਂ ਇਹ ਤਾਂ ਦੇਖੋ ਨਾ ਕਿਹੜੀ ਮਿੱਟੀ ਦੇ ਵਿੱਚੋਂ ਉੱਗੇ ਹੋ। ਸਨੀ ਦਿਓਲ ਨੂੰ ਪੰਜਾਬ ਦਾ ਪੁੱਤ ਕਹਿੰਦੇ ਜੀ। ਜਦੋਂ TV 'ਤੇ ਆਉਂਦਾ ਸੀਗਾ ਤਾਂ ਲੋਕ ਬੋਲੇ ਸੋਹਣਿਆਲ ਦੇ ਅਤੇ ਸਤਿ ਸ਼੍ਰੀ ਅਕਾਲ ਦੇ ਨਾਰੇ ਜਕਾਰੇ ਵਜਾਉਂਦੇ ਸੀ ਸਿਨੇਮਿਆਂ 'ਚ, ਅਤੇ ਹੁਣ ਉਸੇ ਸਨੀ ਦਿਓਲ ਨੂੰ ਲੋਕ ਕਹਿੰਦੇ ਆ ਜਾ ਵੈਲਕਮ। ਸੋ ਘੱਟੋ ਘੱਟ ਜੇ ਤੁਸੀਂ ਠੀਕ ਹੈ ਤੁਹਾਡੀ ਪਾਰਟੀ ਨੇ ਕਰਤਾ ਤਾਂ ਤੁਸੀਂ ਘੱਟੋ ਘੱਟ ਤੁਸੀਂ ਕਹੋ ਵੀ ਹਾਂ ਪਾਰਟੀ ਦੀ ਵਿਚਾਰਧਾਰਾ ਮੇਰੀ ਨਿੱਜੀ ਇਹ ਹੈ ਕਿ ਨਹੀਂ ਹੋਣਾ ਚਾਹੀਦਾ ਸੀ। ਸਨੀ ਦਿਓਲ ਦੀ ਇੱਕ ਵੋਟ ਨਾਲ ਕਿਹੜਾ ਕੋਈ ਬਿੱਲ ਰੋਕਣ ਲੱਗੇ ਨੇ। ਉਹ ਘੱਟੋ ਘੱਟ ਲੋਕਾਂ ਦੇ ਹੱਕ 'ਚ ਤਾਂ ਖੜਨਾ ਬਣਦਾ ਨਾ, ਫਰਜ਼ ਤਾਂ ਬਣਦਾ ਨਾ ਕਿ ਹਾਂ ਦਾ ਨਾਰਾ। ਦੇਖੋ ਮਲੇਰਕੋਟਲਾ ਸਾਹਿਬ ਦੇ ਜਿਹੜੇ ਮਲੇਰਕੋਟਲਾ ਦੇ ਨਵਾਬ ਦੇ
ਉਹਨਾਂ ਨੇ ਹਾਂ ਦਾ ਨਾਰਾ ਮਾਰਿਆ ਸੀ। ਸਾਰਾ ਮਲੇਰਕੋਟਲਾ ਨਹੀਂ, ਆਲੇ ਦੁਆਲੇ ਦੀ ਸਾਰੀ ਰਿਆਸਤ ਬਚ ਗਈ ਸੀ। ਕਿਸੇ ਨੇ ਮਤਲਬ ਉਹਨਾਂ ਨੂੰ ਕੁਝ ਨਹੀਂ ਕਿਹਾ 47 ਦੇ ਵੇਲੇ ਜਦੋਂ ਹੱਲੇ ਹੋਏ ਨੇ। ਗੱਲ ਨਾਲ ਲਾਇਆ ਜਾ ਕੇ ਇਹ ਉਸ ਨਵਾਬ ਦੀ ਜਿਹੜੀ ਪਰਜਾ ਹੈ ਜਿਨ੍ਹਾਂ ਨੇ ਸਾਡੇ ਗੁਰੂ ਸਾਹਿਬ ਦੇ ਬੱਚਿਆਂ ਲਈ ਹਾਂ ਦਾ ਨਾਰਾ ਮਾਰਿਆ ਸੀ। ਗੁਰਦੁਆਰਾ ਹਾਂ ਦਾ ਨਾਰਾ ਸਾਹਿਬ ਉੱਤੇ ਮੌਜੂਦ ਵੀ ਹੈ। ਸੋ ਸਾਡੀ ਕੌਮ ਤਾਂ ਐਡੀ ਦਰਿਆ ਦਿਲ ਹੈ ਕਿ ਜੇ ਇੱਕ ਵਾਰੀ ਹੱਕ 'ਚ ਵੀ ਥੋੜ੍ਹਾ ਜਿਹਾ ਬੋਲ ਪਓ ਉਹਨੂੰ ਵੀ ਮੰਨਦੇ ਨੇ। ਯਾਰ ਸਾਡੇ ਹੱਕ 'ਚ ਤਾਂ ਬੋਲਿਆ ਸੀ, ਭਾਵੇਂ ਇਹਦੇ ਬੋਲਣ ਨਾਲ ਕਾਨੂੰਨ ਨਹੀਂ ਬਦਲਿਆ, ਭਾਵੇਂ ਇਹਦੇ ਬੋਲਣ ਨਾਲ ਜ਼ਾਲਮ ਨੇ ਜਿਹੜੇ ਉਹਨਾਂ ਨੇ ਜ਼ੁਲਮ ਕਰਨੇ ਬੰਦ ਨਹੀਂ ਕੀਤੇ। ਸੋ ਘੱਟੋ ਘੱਟ ਖੜਨਾ ਬਣਦਾ ਨਾਲ ਜੀ। ਮਾਨ ਸਾਹਿਬ ਬਹੁਤ ਮਿਹਰਬਾਨੀ, ਤੁਸੀਂ ਖੁੱਲੀਆਂ ਗੱਲਾਂ ਬਾਤਾਂ ਬਿਯੋਂਡ ਦੀ ਲਾਈਨ ਜਾ ਕੇ ਜਿਹੜੀਆਂ ਉਹ ਕੀਤੀਆਂ, ਬਹੁਤ ਧੰਨਵਾਦ ਤੁਹਾਡਾ। ਔਰ ਹੋਪਫੁਲੀ ਕਿ ਗ੍ਰਾਮ ਸਭਾ ਵਾਲਾ ਜਿਹੜਾ ਮਾਮਲਾ ਹੈ ਉਹ ਇਸੇ ਤਰੀਕੇ ਨਾਲ ਚੱਲਦਾ ਰਹੂਗਾ ਔਰ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਵਿੱਚ ਪਤਾ ਜਿਹੜਾ ਉਹ ਲੱਗੂਗਾ ਜੀ। ਬਹੁਤ ਮਿਹਰਬਾਨੀ। ਮਿਹਰਬਾਨੀ, ਸਤਿ ਸ਼੍ਰੀ ਅਕਾਲ। ਔਰ ਜਿਹੜਾ ਇਤਿਹਾਸ ਹੈ ਉਹ ਆਪਣੇ ਆਪ ਨੂੰ ਦੁਹਰਾਉਂਦਾ। ਗੱਲ ਸਿਕੰਦਰ ਦੀ ਕੀਤੀ ਸੀ ਮਾਨ ਸਾਹਿਬ ਨੇ। ਸਿਕੰਦਰ ਜਿੱਤਦਾ ਆਉਂਦਾ ਸੀ ਤਾਂ ਉਹਦੇ ਵਾਸਤੇ ਜਿਹੜਾ ਸਾਹਮਣੇ ਖੜਾ ਹੋ ਗਿਆ ਸੀ ਉਹ ਪੁਰਸ਼ ਸੀ, ਉਹ ਇੱਕ ਕਿਸਾਨ ਸੀ, ਪੰਜਾਬੀ ਕਿਸਾਨ ਸੀ, ਜਿਹਨੇ ਅੜ ਕੇ ਖੜਾ ਹੋ ਗਿਆ ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਅੱਗੇ ਇੱਕ ਵਿਸ਼ਵ ਜੇਤੂ ਜਿਹੜਾ ਸਿਕੰਦਰ ਆ ਉਹ ਤੁਰਿਆ ਆਉਂਦਾ। ਔਰ ਉਹ ਜੁਰਤ ਦੇ ਨਾਲ ਇਹ ਗੱਲ ਕਹਿੰਦਾ ਸੀ ਵੀ ਮੇਰੇ ਨਾਲ ਉਹ ਸਲੂਕ ਕਰ ਜਿਹੜਾ ਇੱਕ ਰਾਜਾ ਦੂਜੇ ਰਾਜੇ ਦੇ ਨਾਲ ਕਰਦਾ, ਬੇਸ਼ੱਕ ਉਹ ਛੋਟਾ ਰਾਜਾ ਸੀ। ਤੇ ਅੱਜ ਜਿਹੜਾ ਪੋਰਸ ਹੈ, ਪੰਜਾਬ ਦਾ ਜਿਹੜਾ ਪੋਰਸ ਹੈ, ਉਹ ਇੱਕ ਵਾਰੀ ਫੇਰ ਸਿਕੰਦਰ ਦੇ ਮੂਹਰੇ ਖੜਾ। ਵੇਖਣਾ ਸਿਰਫ ਇਹੀ ਹੋਊਗਾ ਕਿ ਇਹ ਪੋਰਸ ਜਿਹੜਾ ਅੱਜ ਉੱਠ ਕੇ ਖੜਾ ਹੋਇਆ, ਇਹ ਬੇਸ਼ੱਕ ਸਿਕੰਦਰ ਨੂੰ ਜਿਹੜਾ ਉਹਦਾ ਪਿਛਲਾ ਜਿੱਤਿਆ ਹੋਇਆ ਉਹਦੇ 'ਚ ਕੁਝ ਨਾ ਕਰ ਸਕੇ, ਪਰ ਅੱਗੋਂ ਕਮ ਸੇ ਕਮ ਰੋਕਣ ਦੇ ਵਿੱਚ ਜਿਹੜਾ ਜੀ ਉਹ ਸਫਲ ਰਹੂਗਾ। ਔਰ ਇਸ ਗੱਲ ਦੀ ਅਸੀਂ ਆਪਣੀ ਸਮੁੱਚੀ ਟੀਮ ਦੇ ਵੱਲੋਂ ਵੀ ਜੀ ਕਹਿੰਦੇ ਕਿ ਜਿਹੜਾ ਕਿਸਾਨ ਹੈ ਉਹਦੇ ਹੱਕ ਦੇ ਵਿੱਚ ਔਰ ਜੋ ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ ਉਹਦੇ ਹੱਕ ਦੇ ਵਿੱਚ ਇਸ ਪੱਖੋਂ ਅਸੀਂ ਫੁੱਲ ਫਲੈਜ ਖੜੇ ਹਾਂ ਕਿ ਅਸੀਂ ਇਸ ਮਿੱਟੀ ਦੇ ਜਾਏ ਹਾਂ, ਇਸ ਧਰਤੀ ਦਾ ਇੱਥੋਂ ਅਸੀਂ ਪਾਣੀ ਪੀਤਾ। ਬਹੁਤ ਮਿਹਰਬਾਨੀ ਪ੍ਰੋਗਰਾਮ ਵੇਖਣ ਤੇ ਸੁਣਨ ਦੇ ਵਾਸਤੇ। ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।